ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ, ਤੂੰ ਸਮਰੱਥ ਦਾਤਾਰ। ਹਉਮੈ ਗਰਭ ਨਿਵਾਰੀਐ, ਕਾਮ ਕ੍ਰੋਧ ਅਹੰਕਾਰ। ਸਤਿਗੁਰ ਭੀਖਿਆ ਦੇਹ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਸਹਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਇੱਥੇ ਸ਼ਲੋਕ ਤਾਂ ਨਵਾਂ ਪ੍ਰਾਰੰਭ ਹੋ ਰਿਹਾ ਹੈ, ਪਰ ਇਹਦੇ ਨਾਲ ਸ਼ਲੋਕ ਅੱਖਰ ਨਹੀਂ ਹੈ, ਕੇਵਲ ਮਹੱਲਾ ਪਹਿਲਾ ਹੀ ਸ਼ੁੱਧ ਹੈ। ਤੋ ਇਸ ਲਈ ਸ਼ਲੋਕ ਮਹੱਲਾ ਪਹਿਲਾ ਨਹੀਂ ਕਹਿਣਾ, ਕਿਉਂਕਿ ਸ਼ਲੋਕ ਅੱਖਰ ਨਹੀਂ ਹੈ, ਕੇਵਲ ਮਹੱਲਾ ਪਹਿਲਾ ਹੀ ਉਚਾਰਨ ਕਰਨਾ ਹੈ ਜਿਵੇਂ ਉਚਾਰਨ ਹੋਇਆ ਹੈ। ਇਹ ਸੂਹੀ ਦੀ ਵਾਰ ਦਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 15ਵਾਂ ਸ਼ਲੋਕ ਉਚਾਰਨ ਕਰਕੇ ਸਤਿਗੁਰਾਂ ਦੇ ਅੱਗੇ ਬੇਨਤੀ ਕਿਵੇਂ ਕਰਨੀ ਹੈ ਉਹ ਢੰਗ ਤਰੀਕਾ ਦੱਸਦੇ ਹੋਏ ਫਰਮਾਨ ਕਰਦੇ ਹਨ। ਸਤਿਗੁਰ ਭੀਖਿਆ ਦੇਹ ਮੈਂ। ਇਹ ਸਤਿਗੁਰੂ ਅਕਾਲ ਪੁਰਖ ਜੀ, ਮੈਨੂੰ ਨਾਮ ਦੀ ਭਿਕਸ਼ਾ ਦੇਣਾ ਕਰ। ਤੂੰ ਸਮਰੱਥ ਦਾਤਾਰ, ਤੂੰ ਸਰਬ ਸ਼ਕਤੀਮਾਨ ਅਤੇ ਸਭ ਪਦਾਰਥਾਂ ਦਾ ਦਾਤਾ ਹੈ। ਹਉਮੈ ਗਰਭ ਨਿਵਾਰੀਐ, ਹਮ ਭੀਖਕ ਭਿਖਾਰੀ ਤੇਰੇ। ਤੂੰ ਨਿਜਬਤ ਹੈ ਦਾਤਾ, ਸੋ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਬਤ ਹੈ ਦਾਤਾ। ਹੇ ਮਹਾਰਾਜ, ਅਸੀਂ ਭਿਖਿਆ ਮੰਗਣ ਵਾਲੇ ਤੇਰੇ ਚਰਨਾਂ ਦੇ ਭਿਖਾਰੀ ਹਾਂ, ਤੇ ਤੂੰ ਸਾਡਾ ਦਾਤਾ ਹੈ। ਨਾਮ ਦੇਹ ਮੰਗਤ ਜਨ ਜਨ ਕੋ, ਸਦਾ ਰਹੋ ਰੰਗ ਰਾਤਾ। ਆਪਦੇ ਨਾਮ ਦੀ ਭਿਕਸ਼ਾ ਸਾਡੀ ਝੋਲੀ ਖੈਰ ਪਾ, ਤੇ ਹਮੇਸ਼ਾ ਹੀ ਤੇਰਾ ਨਾਮ ਜਪਦਿਆਂ ਤੇਰੇ ਪ੍ਰੇਮ ਰੰਗ ਦੇ ਵਿੱਚ ਅਸੀਂ ਰਤੇ ਰਹੀਏ। ਜਿਵੇਂ ਬਾਹਮਣ ਜਜਮਾਨਾਂ ਦੇ ਘਰ ਜਾ ਕੇ ਮੰਗਦੇ ਨੇ, ਇੰਜ ਮਹਾਰਾਜ ਅਸੀਂ ਬ੍ਰਾਹਮਣਾਂ ਦੀ ਤਰ੍ਹਾਂ ਹਾਂ,
ਤੂੰ ਸਾਡਾ ਜਜਮਾਨ ਹੈ। ਅਸੀਂ ਤੇਰੇ ਘਰੋਂ ਮੰਗਣ ਵਾਸਤੇ ਆਏ ਹਾਂ। ਕਰਤਾ ਤੂੰ ਮੇਰਾ ਜਜਮਾਨ। ਮਾਰੇ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ, ਹੋਰ ਤਾਂ ਆਪ ਦਾ ਦਿੱਤਾ ਸਾਰਾ ਕੁਛ ਹੈ, ਘਰ ਵੀ ਸਾਡੇ ਕੋਲ ਹੈ, ਸਾਰਾ ਕੁਛ ਹੀ, ਮਾਇਆ ਤੇਲਾ, ਰੋਟੀ ਪਾਣੀ, ਕੱਪੜਾ ਲੀੜਾ, ਇਹੀ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ ਲੋੜਾਂ। ਸੋ ਤਾਂ ਬਿਨਾਂ ਮੰਗਣ ਤੋਂ ਹੀ ਤੂੰ ਪੂਰੀਆਂ ਕਰ ਦਿੱਤੀਆਂ। ਅਤੇ ਬਾਕੀ ਬਾਜ਼ਾਰ ਭਰੇ ਪਏ ਨੇ, ਜਿਹੜੀ ਚੀਜ਼ ਦੀ ਲੋੜ ਹੈ ਪੈਸੇ ਖਰਚੋ ਅਤੇ ਲਓ। ਜਦ ਮਹਾਰਾਜ ਨੇ ਸਭ ਕੁਛ ਹੀ ਦੇ ਦਿੱਤਾ, ਜੇ ਫਿਰ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਬਾਜ਼ਾਰ 'ਚ ਜਾਓ ਅਤੇ ਲੈ ਲਓ। ਪਰ ਵਾਹਿਗੁਰੂ ਜੀ ਦਾ ਨਾਮ ਨਹੀਂ ਕਿਤੋਂ ਮਿਲਦਾ, ਨਾ ਪੈਸੇ ਨਾਲ, ਨਾ ਕਿਸੇ ਹੋਰ ਤਰੀਕੇ ਦੇ ਨਾਲ। ਇਸ ਲਈ ਸੱਚੇ ਪਾਤਸ਼ਾਹ, ਇਹ ਤਾਂ ਗੋਡ ਗਿਫਟ ਹੈ, ਬਖਸ਼ਿਸ਼ ਹੈ। ਇਹ ਦਾਨ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ, ਜਿਹੜਾ ਦਾਨ ਕੇਵਲ ਸਤਿਗੁਰੂ ਜੀ ਹੀ ਕਰ ਸਕਦੇ ਨੇ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੋ। ਇਹ ਦਕਸ਼ਨਾ ਜਿਸ ਤਰ੍ਹਾਂ ਬ੍ਰਾਹਮਣ ਮੰਗਦੇ ਨੇ, ਇੰਝ ਅਸੀਂ ਤੇਰੇ ਚਰਨਾਂ ਵਿੱਚੋਂ ਮੰਗਦੇ ਹਾਂ। ਦੇਹ ਆਪਣਾ ਨਾਮ, ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ 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 ਨਾਮ ਦੀ ਬਖਸ਼ਿਸ਼ ਕਰ। ਜਦ ਨਾਮ ਮਿਲ ਜਾਏ ਅਤੇ ਸਭ ਤੋਂ ਪਹਿਲਾਂ, ਹੁਣ ਮੰਨ ਲਓ ਆਪਾਂ ਕਥਾ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ, ਮਨ ਵਿੱਚ ਕੁਦਰਤੀ ਹੋਣਾ ਸੁਭਾਵਿਕ ਹੈ ਕਿ ਆਪਾਂ ਤਾਂ ਭੱਜ ਭੁੱਜ ਕੇ ਆ ਗਏ, ਅਤੇ ਬਾਕੀ ਤਾਂ ਵੇਖੋ ਸਾਰੇ ਸੁੱਤੇ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਥਾ ਹੋ ਰਹੀ ਹੈ। ਆਉਂਦਾ ਕਿ ਨਹੀਂ ਆਉਂਦਾ ਮਨ 'ਚ? ਇਹ ਹੰਕਾਰ ਹੈ। ਜਦ ਕੋਈ ਚੰਗਾ ਕੰਮ ਹੋਵੇ, ਕੁਦਰਤੀ ਹੰਕਾਰ ਡੇਗਦਾ ਹੈ। ਜੇ ਇਨਸਾਨ ਬਚ ਜਾਏ ਫਿਰ ਤਾਂ ਚੜ੍ਹਦੀ ਕਲਾ, ਜੇ ਇਹਦੀ ਗ੍ਰਿਫਤ 'ਚ ਆ ਗਿਆ ਫਿਰ ਡਿੱਗਿਆ ਉੱਠ ਨਹੀਂ ਸਕੇਗਾ। ਜਿਹੜੇ ਤਾਂ ਸੁੱਤੇ ਪਏ ਨੇ, ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਵੀ ਉਹਨਾਂ ਨੂੰ ਪਤਾ ਹੀ ਨਹੀਂ, ਉਹ ਕੱਲ੍ਹ ਨੂੰ ਇੱਥੇ ਬੈਠੇ ਹੋਣਗੇ ਅਤੇ ਆਪ ਦੀ ਛੁੱਟੀ। ਇਹ ਹੰਕਾਰ ਏਡੇ ਬਦ ਬਲਾ ਹੈ। ਇਹ ਮਹਾਰਾਜ, ਨਾਮ ਤਾਂ ਆਪ ਨੇ ਬਖਸ਼ ਦਿੱਤਾ ਹੈ, ਅਤੇ ਹੁਣ ਕਿਰਪਾ ਕਰੋ ਜਿਸ ਨਾਮ ਦੇ ਪ੍ਰਤਾਪ ਕਰਕੇ ਕਾਮ, ਕ੍ਰੋਧ, ਗੁਣਾਂ ਦਾ ਹੰਕਾਰ, ਅਭਿਮਾਨ, ਸਰੀਰ ਦੀ ਹਉਮੈ, ਹੰਗਤਾ, ਮਮਤਾ ਅਤੇ ਧਨ ਆਦਿਕ ਦਾ ਜੋ ਹੰਕਾਰ ਹੈ, ਇਹ ਵੀ ਨਿਵਰਤ ਕਰ ਲਈਏ ਜੀ। ਇਸੇ ਪ੍ਰਕਾਰ ਹਉਮੈ ਗਰਭ ਨਿਵਾਰੀਐ। ਸੋ ਜਿਹੜੇ ਕਾਮ ਅਤੇ ਕ੍ਰੋਧ ਨੇ, ਇਹ ਔਗਣ ਹਨ। ਇਹਨਾਂ ਔਗਣਾਂ ਕਰਕੇ ਹੀ ਹੰਕਾਰ ਹੁੰਦਾ ਹੈ। ਅਤੇ ਜੇ ਮਹਾਰਾਜ ਨੇ ਨਾਮ ਬਖਸ਼ਤਾ, ਸਤ ਸੰਤੋਖ ਆਦਿਕ ਗੁਣਾਂ ਦੀ ਪ੍ਰਾਪਤੀ ਕਰਾ ਦਿੱਤੀ, ਉਹ ਗੁਣਾਂ ਦਾ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ। ਅਤੇ ਇਸ ਕਰਕੇ ਹੇ ਮਹਾਰਾਜ, ਨਾਮ ਜਪਦਿਆਂ ਹੋਇਆਂ ਗੁਣਾਂ ਦਾ ਹੰਕਾਰ ਨਾ ਕਰੀਏ, ਅਭਿਮਾਨ ਨਾ ਕਰੀਏ, ਸਰੀਰ ਦੀ ਹਉਮੈ ਨਾ ਕਰੀਏ, ਅਤੇ ਧਨ ਪਦਾਰਥ ਆਦਿਕ ਦਾ ਹੰਕਾਰ ਵੀ ਨਿਵਰਤ ਕਰ ਲਈਏ। ਗੁਰੂ ਸਾਹਿਬ ਜੀ ਦੇ ਅੱਗੇ ਕਹਿੰਦੇ ਨੇ ਕਿ ਹੇ ਗੁਰਸਿੱਖ, ਤੂੰ ਇੰਝ ਬੇਨਤੀ ਕਰ, ਹੇ ਸੱਚੇ ਪਾਤਸ਼ਾਹ। ਸੋ ਪਹਿਲਾਂ ਕਾਮ, ਕ੍ਰੋਧ, ਹੰਕਾਰ, ਹਉਮੈ ਅਤੇ ਗੁਣਾਂ ਆਦਿਕ ਦਾ ਹੰਕਾਰ ਨਿਵਰਤ ਕਰ ਦੇ। ਸੋ ਜਿਸ ਕਰਕੇ ਹੇ ਮਹਾਰਾਜ, ਅਸੀਂ ਆਪ ਜੀ ਦੇ ਦਰ 'ਤੇ ਬਖਸ਼ੇ ਜਾਈਏ। ਕਾਮ, ਕ੍ਰੋਧ ਵੀ ਨਿਵਰਤ ਕਰ ਦੇ, ਹੰਕਾਰ ਵੀ ਨਿਵਰਤ ਕਰ ਦੇ, ਹਉਮੈ ਵੀ ਨਿਵਰਤ ਕਰ ਦੇ, ਅਤੇ ਜਿਹੜੇ ਗੁਣ ਹਨ ਸਤ ਸੰਤੋਖ ਆਦਿਕ, ਉਹਨਾਂ ਦਾ ਹੰਕਾਰ ਵੀ ਨਿਵਰਤ ਕਰੀਏ।
ਤਾਂ ਨਾਮ ਦੀ ਭਿਖਿਆ ਫਿਰ ਪ੍ਰਾਪਤ ਹੋਵੇਗੀ। ਕਾਮ ਕ੍ਰੋਧ ਅਹੰਕਾਰ, ਕਿਉਂਕਿ ਇਹ ਬਹੁਤ ਵੱਡੀਆਂ ਬਲਾਵਾਂ ਹਨ। ਕਾਮ ਦਾ ਫੁਰਨਾ, ਕ੍ਰੋਧ ਅਤੇ ਅਹੰਕਾਰ। ਪਾਤਸ਼ਾਹ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵ, ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨਿਫਲ ਪਈ ਸਭ ਸੇਵਾ। ਜੇ ਇਹ ਔਗਣ ਨਹੀਂ ਗਏ ਤਾਂ ਕੀਤੀ ਸੇਵਾ ਨਿਸਫਲ ਚਲੀ ਗਈ। ਲਾਭ ਲੋਭ ਪਰ ਜਾਲੀਐ, ਖਾਣ ਦਾ ਹੁੰਦਾ ਹੈ ਲੱਭ ਤੇ ਜੋੜਨ ਦਾ ਹੁੰਦਾ ਹੈ ਲਾਲਚ। ਇਹਨੂੰ ਪਰ ਵਿਸ਼ੇਸ਼ ਕਰਕੇ ਜਾਲੀਏ ਸਾੜ ਦਈਏ। ਨਾਮ ਮਿਲੈ ਆਧਾਰ, ਇਹ ਸਤਿਗੁਰੂ ਅਕਾਲ ਪੁਰਖ ਜੀ, ਜੇਕਰ ਤੇਰੇ ਨਾਮ ਦਾ ਸਾਨੂੰ ਆਸਰਾ ਮਿਲ ਜਾਏ ਤੇ ਅਸੀਂ ਖਾਣ ਦਾ ਲੱਭ ਤੇ ਜੋੜਨ ਦਾ ਲਾਲਚ ਇਹ ਵਿਸ਼ੇਸ਼ ਕਰਕੇ ਸਾੜ ਦਈਏ। ਐ ਰਸ ਨਭ ਤਨ ਨਿਰਮਲਾ, ਹਰੀ ਦਾ ਨਾਮ ਦਿਨ ਰਾਤ ਨਵੀਨ ਸਰੂਪ ਅਤੇ ਉਜਲ ਸਰੂਪ ਹੈ। ਮੈਲਾ ਕਬਹੂ ਨਾ ਹੋਏ, ਜੋ ਕਦੇ ਵੀ ਮੈਲਾ ਨਹੀਂ ਹੁੰਦਾ। ਨਾਨਕ ਕਹਿ ਬਿਦਾ ਛੁੱਟੀਆਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਇਸ ਤਰੀਕੇ ਦੇ ਨਾਲ ਹੀ ਮੁਕਤ ਹੋਈਦਾ ਹੈ। ਨਾਦਰ ਤੇਰੀ ਸੁਖ ਹੋਏ, ਇਹ ਗੁਰੂ ਜੀ ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਇੱਕੋ ਕੰਤ ਸਵਾਈਆ, ਸੋ ਜਿਹੜਾ ਸਾਧ ਸੰਗਤ ਹੈ, ਇੱਥੇ ਸੰਤ ਮਹਾਤਮਾ ਨੇ, ਇਹ ਇੱਕ ਪਰਿਵਾਰ ਹੈ। ਤੇ ਸੰਤ ਮਹਾਤਮਾ ਸਖੀਆਂ ਸਹੇਲੀਆਂ ਦੀ ਤਰ੍ਹਾਂ ਹਨ। ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ ਪਤੀ ਔਰ ਸਤੀ ਦਾ। ਪਤੀ ਕੌਣ ਹੈ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ। ਸਾਰੀਆਂ ਹੀ ਪਤੀ ਪਰਮੇਸ਼ਰ ਦੀਆਂ, ਅਕਾਲ ਪੁਰਖ ਦੀਆਂ ਸਖੀਆਂ ਸਹੇਲੀਆਂ ਹਨ। ਜਿਤੀ ਦਰ ਖੜੀਆਂ ਹਾਂ, ਜਿੰਨੀਆਂ ਵੀ ਮਹਾਤਮਾ ਰੂਪ ਸਖੀਆਂ ਤੁਹਾਨੂੰ ਪਰਮੇਸ਼ਰ ਪਤੀ ਦੇ ਦਰ 'ਤੇ, ਸਾਧ ਸੰਗਤ ਸੰਸਾਰ ਰੂਪੀ ਦਰ 'ਤੇ ਖੜੀਆਂ, ਭਾਵ ਸਮਾਹਤ ਚਿੱਤ ਹੋ ਕੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਦੇਖਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਪਤੀ ਪਰਮੇਸ਼ਰ ਇੱਕ ਅਕਾਲ ਪੁਰਖ ਉਹਦੀਆਂ ਇਸਤਰੀਆਂ ਨੇ। ਜਿਵੇਂ ਰਾਜਾ ਹੁੰਦਾ ਹੈ, ਰਾਜੇ ਦੀਆਂ ਰਾਣੀਆਂ ਹੁੰਦੀਆਂ ਨੇ, ਇਹ ਸੰਤਾਂ ਮਹਾਤਮਾ ਰੂਪ ਰਾਣੀਆਂ ਦੀ ਤਰ੍ਹਾਂ ਸ਼ੋਭਾ ਪਾਉਂਦੇ ਹਨ। ਸੋ ਸੰਤਨ ਹੱਥ ਰਾਖੀ ਕੁੰਜੀ। ਬੰਦੇ ਤਾਂ ਘਰ ਤੋਂ ਬਾਹਰ ਹੀ ਰਹਿੰਦੇ ਨੇ, ਕੁੰਜੀਆਂ ਤਾਂ ਬੀਬੀਆਂ ਦੇ ਹੱਥਾਂ 'ਚ ਹੁੰਦੀਆਂ ਨੇ। ਇਉਂ ਜਿਹੜਾ ਪਰਮਾਤਮਾ ਹੈ ਉਹ ਆਪਦੇ ਸੰਤਾਂ ਮਹਾਤਮਾ ਸ਼ਹੀਦਾਂ ਸਿੰਘਾਂ ਦੇ ਹੱਥ ਵਿੱਚ ਕੁੰਜੀਆਂ ਫੜਾ ਦਿੰਦਾ। ਜਿੰਦਰਾ ਖੋਲ੍ਹੋ, ਜਿਹਨੂੰ ਮਰਜ਼ੀ ਜੋ ਮਰਜ਼ੀ ਦੇਈ ਜਾਓ, ਕੋਈ ਲਿਖਤ ਨਹੀਂ, ਕੋਈ ਪੜ੍ਹਤ ਨਹੀਂ, ਕਿਉਂਕਿ ਘਰ ਵਾਲੀ ਨਾਲ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾਂਦਾ। ਜਿੱਥੇ ਹਿਸਾਬ ਕਿਤਾਬ ਦੀ ਗੱਲ ਆ ਗਈ ਅਤੇ ਉਹ ਫਿਰ ਪਰਿਵਾਰ ਕਾਹਦਾ ਹੋਇਆ, ਉਹ ਤਾਂ ਫਿਰ ਦੁਕਾਨਦਾਰੀ ਹੋ ਗਈ। ਤੋ ਇਸ ਵਾਸਤੇ ਗਿਣਤੀਆਂ ਮਿਣਤੀਆਂ ਘਰ ਤੋਂ ਬਾਹਰ ਹੁੰਦੀਆਂ ਨੇ, ਘਰ ਦੇ ਵਿੱਚ ਨਹੀਂ। ਇਉਂ ਸ਼ਹੀਦ ਸਿੰਘਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੀ ਵੀ ਦਾਤ ਤੁਹਾਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਵੀ ਦੇਣੀ ਹੈ, ਉਹ ਆਪਦੀ ਮਰਜ਼ੀ ਨਾਲ ਦੇ ਦਿਓ। ਬ੍ਰਹਮ ਗਿਆਨੀ ਸੰਤ ਮਹਾਤਮਾ ਨੂੰ ਵੀ ਕੁੰਜੀਆਂ ਫੜਾਈਆਂ ਨੇ ਵੀ ਜਿਹਨੂੰ ਨਾਮ ਦੇਣਾ ਨਾਮ ਦਿਓ, ਬ੍ਰਹਮ ਗਿਆਨ ਸੇਵਾ ਸਿਮਰਨ ਦੁੱਧ ਪੁੱਤ ਜੋ ਦੇਣਾ ਦੇਈ ਜਾਓ, ਕੋਈ ਪੁੱਛ ਗਿੱਛ ਨਹੀਂ। ਵਾਹਿਗੁਰੂ ਕੋਈ ਨਹੀਂ ਪੁੱਛਦਾ। ਸੋ ਪ੍ਰਬੰਧ ਸਾਰਾ ਸ਼ਹੀਦਾਂ ਦੇ ਹੱਥ ਵਿੱਚ, ਮਹਾਤਮਾ ਦੇ ਹੱਥ ਵਿੱਚ। ਜਿਹੜੇ ਸਵਰਗਾਂ ਦੇ ਦੇਵੀ ਦੇਵਤੇ ਨੇ, ਉਹਨਾਂ ਨੂੰ ਵੀ ਇਹਨਾਂ ਦੇ ਰਾਹੀਂ ਮਹਾਰਾਜ ਪਹੁੰਚਾਉਂਦਾ ਹੈ। ਇਸ ਵਾਸਤੇ ਸੋ ਪਤਨੀ ਦੀ ਤਰ੍ਹਾਂ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਸਾਧ ਸੰਗਤ
ਗੁਰਦੁਆਰੇ ਤੇ ਸ਼ੋਭਾ ਪਾਉਂਦੀ ਹੈ। ਹਰ ਦੁਆਰੇ ਖਰੀਆਂ ਦਰਸ਼ਨ ਕਰੀਆਂ, ਨਾਨਕ ਗੁਰ ਮੇਰੀਆਂ ਬਾਹੁਰ ਨਾ ਫਿਰੀਆਂ। ਮਹਾਤਮਾ ਰੂਪ ਸਖੀਆਂ ਹਰੀ ਦੇ ਦਰਵਾਜ਼ੇ 'ਤੇ ਖੜੀਆਂ ਦਿਖਦੀਆਂ ਨੇ। ਜੇ ਮਿਲਣਾ ਹੋਏ ਤਾਂ ਗੁਰਦੁਆਰੇ ਆਓ। ਹੰਸਾਂ ਦੇ ਦਰਸ਼ਨ ਤੁਹਾਨੂੰ ਛੱਪੜ ਦੇ ਕੰਢੇ 'ਤੇ ਨਹੀਂ ਹੋਣਗੇ, ਉਹ ਹਮੇਸ਼ਾ ਹੀ ਮਾਨ ਸਰੋਵਰ 'ਤੇ ਤੁਹਾਨੂੰ ਮਿਲਣਗੇ। ਤੋ ਇੰਜ ਜਿਹੜੇ ਮਹਾਤਮਾ ਰੂਪੀ ਹੰਸ ਨੇ ਉਹ ਗੁਰੂ ਰੂਪੀ ਮਾਨ ਸਰੋਵਰ 'ਤੇ ਖੜ੍ਹੇ ਤੁਹਾਨੂੰ ਹਮੇਸ਼ਾ ਹੀ ਖੜੀ ਲੱਤ ਦਿਖਣਗੇ। ਸੋ ਹਰ ਦਰਸ਼ਨ ਕਰੀਆਂ, ਨਾਨਕ ਗੁਰ ਮੇਰੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲੀਆਂ ਹੋਈਆਂ ਹਨ। ਜਿੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਤੁਸੀਂ ਦੇਖੋਗੇ, ਮਗਰਲੇ ਪਾਸੇ ਭਾਈ ਬਾਲੇ ਦੀ ਚੌਰ ਕਰਨ ਦੀ ਉਹ ਫੋਟੋ ਵੀ ਨਾਲ ਹੋਵੇਗੀ। ਭਾਈ ਮਰਦਾਨਾ ਸਾਹਿਬ ਮਹਾਰਾਜ ਦੇ ਸਾਥ ਬੈਠਾ ਤੁਹਾਨੂੰ ਮਿਲੇਗਾ। ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਪੜ੍ਹੋਗੇ, ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਉੱਥੇ ਭਾਈ ਮਰਦਾਨੇ ਜੀ ਦਾ ਨਾਮ ਨਾਲ ਆਵੇਗਾ। ਮਰਦਾਨਾ ਅਤੇ ਬਾਲਾ ਗੁਰੂ ਸਾਹਿਬ ਤੋਂ ਵੱਖਰੇ ਨਹੀਂ ਹਨ। ਇਉਂ ਜਿੰਨੀ ਵੀ ਸੰਗਤ ਹੈ, ਜਿੰਨੇ ਵੀ ਰੱਬ ਦੇ ਪਿਆਰੇ ਨੇ, ਇਹ ਸਭ ਗੁਰੂ ਮਹਾਰਾਜ ਦੇ ਅੰਗ ਸੰਗ ਨਾਲ ਹੀ ਹਨ। ਗੁਰੂ ਇਹਨਾਂ ਦੇ ਅੰਗ ਸੰਗ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਦ ਵੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਓਗੇ ਤੇ ਉਹ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਤੁਹਾਨੂੰ ਦਿਸਣਗੇ। ਕਿਉਂਕਿ ਸਾਰੀ ਉਮਰ ਜਿੰਨਾ ਚਿਰ ਜਿਉਂਦੇ ਰਹੇ ਉਹ ਗੁਰਦੁਆਰੇ ਹੀ ਰਹੇ, ਅਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੈੱਡ ਗ੍ਰੰਥੀ ਦੀ ਸੇਵਾ ਦਾ ਮਾਣ ਬਖਸ਼ਿਸ਼ ਕੀਤਾ। ਇੰਜ ਕਲਗੀਧਰ ਮਹਾਰਾਜ ਨੇ ਵਚਨ ਕੀਤਾ, ਸਿੱਖ ਪੰਚਨ ਮੈਂ ਮੇਰੋ ਵਾਸਾ। ਪੰਜ ਪਿਆਰੇ ਉਹ ਮੇਰਾ ਰੂਪ ਹਨ, ਮੈਂ ਉਹਨਾਂ ਦੇ ਵਿੱਚ ਨਿਵਾਸ ਕਰਦਾ। ਜਦ ਅਮਰ ਸੰਚਾਰ ਕਰਦੇ ਨੇ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਨੇ। ਯੂਪੀ ਦੀ ਸੰਗਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ। ਕਹਿਣ ਲੱਗੀ, ਜੀ ਸਾਡੇ ਵੀ ਕਿਤੇ ਚਰਨ ਪਾਓ। ਤੁਸੀਂ ਪੰਜਾਬ ਦੀ ਧਰਤੀ ਨੂੰ ਉਤਾਰ ਰਹੇ ਹੋ, ਸਾਡੇ ਯੂਪੀ ਦੀ ਧਰਤੀ 'ਤੇ ਵੀ ਚਰਨ ਪਾ ਕੇ ਸਾਨੂੰ ਉਤਾਰੋ ਜੀ। ਮਹਾਰਾਜ ਕਹਿੰਦੇ ਸਾਡੇ ਰੁਝੇਵੇਂ ਕਾਫੀ ਹਨ। ਆਹ ਜਿਹੜਾ ਬਾਬਾ ਬਿਧੀ ਚੰਦ ਹੈ, ਇਹ ਸਾਡਾ ਹੀ ਰੂਪ ਹੈ। ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ। ਜੇ ਸੀਨਾ ਸਰੀਰ ਤੋਂ ਵੱਖ ਕਰ ਦਿਓ ਤਾਂ ਉਹ ਸਰੀਰ ਕਾਇਮ ਨਹੀਂ ਰਹਿ ਸਕਦਾ। ਇਉਂ ਜਿਹੜਾ ਧੰਨ ਬਾਬਾ ਬਿਧੀ ਚੰਦ ਹੈ, ਇਹ ਗੁਰੂ ਦਾ ਸੀਨਾ ਹੈ, ਸਾਡਾ ਹਿਰਦਾ ਹੈ, ਇਹ ਸਾਡਾ ਰੂਪ ਹੈ। ਤੁਸੀਂ ਇਹਨੂੰ ਲੈ ਜਾਓ। ਜਾਓ ਬਾਬਾ ਜੀ, ਤੁਸੀਂ ਜਾ ਕੇ ਇਹਨਾਂ ਨੂੰ ਕਥਾ ਸਰਵਣ ਕਰਾਓ। ਤੋ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਯੂਪੀ ਦੇ ਇਲਾਕੇ ਨੂੰ ਉਤਾਰਨ ਵਾਸਤੇ ਗਏ। ਉੱਥੇ ਫਿਰ ਸੁੰਦਰ ਸ਼ਾਹ ਫਕੀਰ ਮਿਲਿਆ, ਜਿਹਦੇ ਕੋਲ ਰਾਤ ਠਹਿਰੇ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਬਿਧੀ ਚੰਦੀਆਂ ਨਿਹੰਗ ਸਿੰਘਾਂ ਦਾ ਆਸਣ ਹੈ। ਉਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਵਾਲਾ ਸੀ। ਉਹਨੇ ਵੇਖਿਆ ਵੀ ਇਹ ਬਾਬਾ ਕਿੱਧਰੋਂ ਆ ਗਿਆ। ਜੇ ਤੁਹਾਡੀ ਆਪਸ 'ਚ ਈਰਖਾ ਹੁੰਦੀ ਹੈ, ਘਰਾਂ ਦੇ ਵਿੱਚ ਲੜਾਈ ਝਗੜਾ, ਦਫ਼ਤਰਾਂ ਦੇ ਵਿੱਚ, ਨੌਕਰੀ ਦੇ ਵਿੱਚ, ਬਾਬਿਆਂ ਦੀ ਵੀ ਈਰਖਾ ਹੁੰਦੀ ਹੈ। ਬਾਬੇ ਵੀ ਇੱਕ ਦੂਜੇ ਨੂੰ ਵੇਖ ਕੇ ਰਾਜੀ ਨੇ, ਭਾਵੇਂ ਜਿੰਨਾ ਮਰਜ਼ੀ ਕੋਈ ਸ਼ਕਤੀ ਵਾਲਾ ਹੋਵੇ, ਰਿੱਧੀਆਂ ਸਿੱਧੀਆਂ ਵਾਲਾ ਹੋਵੇ। ਉਹਨੇ ਵੇਖਿਆ ਵੀ ਇਹ ਬਾਬਾ ਕਿੱਧਰੋਂ ਆ ਗਿਆ ਇੰਨੀ ਸੰਗਤ ਦੇ ਨਾਲ। ਉਹ ਵੇਖ ਕੇ ਤੇ ਬੜਾ ਘਬਰਾ ਗਿਆ ਕਿ ਇਹ ਤਾਂ ਮੇਰੀ ਪੂਜਾ ਘਟਾਊਗਾ। ਉਹਨੇ ਕੀ ਕੀਤਾ ਕਿ ਮੈਂ ਇਹਦੀ ਬੇਇੱਜ਼ਤੀ ਕਰਾਂ, ਸਾਰਿਆਂ ਦੇ ਸਾਹਮਣੇ ਇਹਨੂੰ ਨੀਵਾਂ ਦਿਖਾਵਾਂ। ਇਹ ਇਨਸਾਨੀ ਫਿਤਰਤ ਹੈ, ਸਾਡੇ ਮਨ ਦੀ ਇਹ ਘਾਟ ਹੈ ਕਿ ਆਪਾਂ ਆਪ ਵੱਡੇ ਬਣਨ ਦੀ ਕੋਸ਼ਿਸ਼ ਵਿੱਚ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਾਂ। ਕੋਈ ਵੀ ਗੱਲਬਾਤ, ਕੋਈ ਗਲਤੀ ਫਲਤੀ ਹਰੇਕ ਕੋਲੋਂ ਹੋ ਜਾਂਦੀ ਹੈ, ਪਰ ਉਹਦੇ ਕੰਨ ਦੇ ਵਿੱਚ ਕਹਿਣਾ। ਸੋ ਉਹਦੀ ਇੱਜ਼ਤ ਹੈ, ਪਾਸੇ ਕਰਕੇ ਜੇ ਸਾਰਿਆਂ ਦੇ ਸਾਹਮਣੇ ਹੀ ਉੱਚੀ ਬੋਲ ਦਈਏ, ਕਿਉਂਕਿ ਸਾਰੇ ਸਾਡੇ ਵਰਗੇ ਨੇ। ਜਿਸ ਤਰ੍ਹਾਂ ਅਸੀਂ ਮਾਣ ਚਾਹੁੰਦੇ ਹਾਂ ਸਭਨਾਂ ਦਾ, ਸਾਨੂੰ ਕਰਨ ਦਾ ਫਰਜ਼ ਹੈ। ਉਹਨੇ ਸਾਰਿਆਂ ਦੇ ਸਾਹਮਣੇ, ਸਾਧ ਸੰਗਤ ਜੀ ਉਹ ਸ਼ੇਰ ਲੈਂਦਾ, ਉਹਦੇ ਕੋਲ ਸ਼ੇਰ ਸੀਗਾ, ਸ਼ੇਰ 'ਤੇ ਚੜ੍ਹ ਕੇ ਤੇ ਸੰਗਤ ਦੇ ਵਿੱਚ ਆ ਗਿਆ ਕਿ ਸੰਗਤ ਡਰਦੀ ਮਾਰੀ ਭੱਜ ਜਾਏਗੀ। ਸੰਗਤ ਘਬਰਾ ਗਈ,
ਹਲਚਲ ਮਚ ਗਈ ਕਿ ਸ਼ੇਰ ਆ ਗਿਆ। ਇਹ ਬਾਬਾ ਤਾਂ ਬਹੁਤ ਗੁੱਸੇਖੋਰ ਹੈ। ਅਤੇ ਧੰਨ ਬਾਬਾ ਬਿਧੀ ਚੰਦ ਸਾਹਿਬ ਨੇ ਵੇਖਿਆ ਕਿ ਇਹ ਹੰਕਾਰੀ ਹੈ, ਸ਼ਕਤੀ ਦਿਖਾ ਵੀ ਦਿੱਤੀ ਅਤੇ ਦਿਖਾਈ ਵੀ ਨਹੀਂ। ਸ਼ੇਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਾਬਾ ਜੀ ਨੇ ਇੰਝ ਵੇਖਿਆ ਕਿ ਉਹ ਸ਼ੇਰ ਪੱਥਰ ਦਾ ਬਣ ਗਿਆ। ਅਤੇ ਜਿਹੜਾ ਸੁੰਦਰ ਸ਼ਾਹ ਸੀ ਉਹਨੇ ਵੇਖਿਆ ਕਿ ਬਾਬਾ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਉਸ ਤੋਂ ਬਾਅਦ ਬਾਬਾ ਜੀ ਦੇ ਚਰਨੀ ਪਿਆ, ਮਾਫੀ ਮੰਗੀ, ਕਹਿਣ ਲੱਗਾ ਜੀ ਇਹ ਸ਼ੇਰ ਦੀ ਮੁਕਤੀ ਕਰੋ। ਸੋ ਬਾਬਾ ਜੀ ਨੇ ਸ਼ੇਰ 'ਤੇ ਵੀ ਕਿਰਪਾ ਕੀਤੀ, ਕਹਿੰਦਾ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਆਪ ਦਾ ਸਿੱਖ ਹਾਂ, ਮੈਂ ਆਪ ਦੀਆਂ ਰਿੱਧੀਆਂ ਸਿੱਧੀਆਂ ਦੇ ਮਾਣ ਦੇ ਵਿੱਚ ਤੁਹਾਨੂੰ ਡਰਾਉਣ ਦਾ ਯਤਨ ਕੀਤਾ, ਪਰ ਤੁਹਾਡੇ 'ਤੇ ਰੱਬ ਦੀ ਕਿਰਪਾ ਹੈ, ਮੇਰੇ 'ਤੇ ਕਿਰਪਾ ਕਰੋ। ਕਹਿੰਦੇ ਭਾਈ ਗੁਰੂਆਂ ਦੇ ਗੁਰੂ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ। ਕਹਿੰਦੇ ਜੀ ਨਹੀਂ, ਤੁਸੀਂ ਮੇਰੇ ਗੁਰੂ ਹੋ। ਤੋ ਇੰਝ ਸੁੰਦਰ ਸ਼ਾਹ ਨੇ ਪ੍ਰੇਮ ਜਨਾਇਆ। ਬਾਬਾ ਜੀ ਨੇ ਉਹਦੇ ਪ੍ਰੇਮ ਦਾ ਸਦਕਾ ਉਹਨੂੰ ਦੱਸਿਆ। ਕਹਿੰਦੇ ਤੇਰੀ ਅਤੇ ਮੇਰੀ ਮੌਤ ਇੱਕੋ ਦਿਨ ਹੋਣੀ ਹੈ। ਅਤੇ ਕਹਿੰਦਾ ਜੀ ਫਿਰ ਕਿਰਪਾ ਕਰੋ ਮੈਨੂੰ ਆਪਣੇ ਨਾਲ ਹੀ ਲੈ ਜਿਓ ਸੱਚਖੰਡ। ਕਹਿੰਦੇ 7 ਬਚਨ। ਕਹਿੰਦੇ ਜੀ ਮੇਰੀ ਬੇਨਤੀ ਹੈ ਜਦ ਆਪ ਦਾ ਸਰੀਰ ਛੁੱਟੇ ਤਾਂ ਇੱਥੇ ਮੇਰੇ ਕੋਲ ਆ ਕੇ ਸਰੀਰ ਛੱਡਿਓ ਅਤੇ ਮੈਨੂੰ ਨਾਲ ਲੈ ਕੇ ਜਾਇਓ, ਛੱਡ ਕੇ ਨਾ ਜਾਇਓ। ਉਹ ਬਹੁਤਾ ਹੀ ਪ੍ਰੇਮੀ ਬਣ ਗਿਆ। ਸੋ ਬਾਬਾ ਜੀ ਕਥਾ ਕਰਨ ਵਾਸਤੇ ਅੱਗੇ ਜਾ ਰਹੇ ਸੀ। ਕਹਿੰਦੇ 7 ਬਚਨ ਗੁਰੂ ਸਾਹਿਬ ਨਾਲ ਸਲਾਹ ਕਰਾਂਗੇ, ਜੇ ਸਾਹਿਬਾਂ ਦੀ ਆਗਿਆ ਹੋਈ ਮਹਾਰਾਜ ਨੂੰ ਭਾਇਆ ਤਾਂ ਜ਼ਰੂਰ ਇੰਝ ਹੀ ਹੋਵੇਗਾ। ਉੱਥੇ ਸੁੰਦਰ ਸ਼ਾਹ ਕੋਲੋਂ ਅੱਗੇ ਚਲੇ ਗਏ। ਯੂਪੀ ਦੇ ਇਲਾਕੇ ਦੇ ਵਿੱਚ ਕਥਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਵਾਪਸ ਆਏ, ਗੁਰੂ ਸਾਹਿਬ ਨੂੰ ਸਾਰੀ ਸਾਖੀ ਸੁਣਾਈ ਅਤੇ ਬੇਨਤੀ ਕੀਤੀ ਜੋ ਫਕੀਰ ਬਹੁਤਾ ਪ੍ਰੇਮ ਕਰ ਰਿਹਾ, ਆਪ ਦੀ ਆਗਿਆ ਹੋਵੇ ਅਤੇ ਮੈਂ ਉੱਥੇ ਜਾ ਕੇ ਸਰੀਰ ਛੱਡਾਂ ਅਤੇ ਕਿਰਪਾ ਕਰਕੇ ਉਹਦਾ ਵੀ ਪਾਰ ਉਤਾਰਾ ਕਰਿਓ। ਮਹਾਰਾਜ ਨੇ ਆਖਿਆ ਬਾਬਾ ਜੀ ਤੂੰ ਸਾਡਾ ਹੀ ਰੂਪ ਹੈ, ਜੇ ਤੈਨੂੰ ਕਹਿ ਤਾ ਅਤੇ ਤੂੰ ਆਪਣੇ ਨਾਲ ਲੈ ਜਾਈ, ਉਹਨੂੰ ਵੀ ਮੁਕਤ ਕਰ ਦੇਈ। ਉਹ ਵੇਖੋ ਸੁੰਦਰ ਸ਼ਾਹ ਫਕੀਰ, ਨਾ ਤਾਂ ਉਹਨੇ ਅੰਮ੍ਰਿਤ ਛਕਿਆ, ਮੇਰਾ ਖਿਆਲ ਨਹੀਂ ਜਪਜੀ ਸਾਹਿਬ ਉਹਨੇ ਪੜ੍ਹਿਆ ਹੋਵੇ। ਬਾਬਾ ਜੀ ਨੇ ਭਾਵੇਂ ਸਿਖਾਤਾ ਹੋਵੇ ਤਾਂ ਸਿਖਾ ਹੀ ਦਿੱਤਾ ਹੋਵੇ। ਅਤੇ ਪਹਿਲਾਂ ਤਾਂ ਹੰਕਾਰੀ ਸੀਗਾ ਅਤੇ ਨਾ ਉਹਨੂੰ ਗੁਰਦੁਆਰੇ ਮੱਥਾ ਹੀ ਟਿਕਾਇਆ, ਕਿਉਂਕਿ ਟਾਈਮ ਹੀ ਨਹੀਂ ਸੀ, ਜਾਂ ਵੈਸੇ ਹੀ ਕਿਰਪਾ ਕਰਤੀ, ਬਾਬਾ ਜੀ ਦੀ ਮੌਜ ਹੋ ਗਈ। ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਉਹਨੇ ਫਕੀਰ ਨੇ, ਅੰਮ੍ਰਿਤਸਰ ਨਹੀਂ ਆਇਆ। ਬਾਰੇ ਬਾਰੀ ਵੇਖੋ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਬਾਬੇ ਬਿਧੀ ਚੰਦ ਦੇ, ਆਖਿਆ ਵੀ ਤੇਰੀ ਖੁਸ਼ੀ ਹੈ। ਬਾਬਾ ਬਿਧੀ ਚੰਦ ਦੀ ਕਿਰਪਾ ਦੇ ਨਾਲ ਹੀ ਸੁੰਦਰ ਸ਼ਾਹ ਮੁਕਤ ਹੋ ਗਿਆ। ਤੋ ਇੰਝ ਸਾਧ ਕੈ ਸੰਗ ਨਾਹੀ ਕਛ ਘਾਲ। ਲੋਕ ਨਿੰਦਿਆ ਤਾਂ ਬਥੇਰੀ ਕਰਦੇ ਨੇ, ਥੱਕਦੇ ਨਹੀਂ। ਮੈਂ ਹਮੇਸ਼ਾ ਇਹੀ ਬਚਨ ਕਰਦਾ ਹੁੰਦਾ ਕਿ ਸਾਨੂੰ ਕੇਵਲ ਆਪਣਾ ਪਰਿਵਾਰ ਚੰਗਾ ਲੱਗਦਾ ਹੈ। ਭਾਵੇਂ ਸਾਡਾ ਮੁੰਡਾ ਜਿੰਨੇ ਮਰਜ਼ੀ ਔਗਣ ਕਰੇ, ਜਿੰਨਾ ਮਰਜ਼ੀ ਵਿਕਾਰੀ ਹੋਵੇ, ਫਿਰ ਵੀ ਆਪਾਂ ਉਹਨੂੰ ਆਪਦੀ ਜੇਬ 'ਚੋਂ ਪੈਸੇ ਦਿੰਦੇ ਆ। ਜਿੰਨਾ ਮਰਜ਼ੀ ਵਿਗੜੀ ਹੋਵੇ ਔਲਾਦ, ਪਰ ਮਾਂ ਪਿਓ ਫਿਰ ਵੀ ਬੱਚਿਆਂ ਨੂੰ ਪਾਲਦੇ ਨੇ, ਪਰਿਵਾਰ ਨੂੰ ਚੰਗਾ ਸਮਝਦੇ। ਜਿਹੜੇ ਰੱਬ ਦੇ ਪਿਆਰ ਵਾਲੇ ਮਹਾਂਪੁਰਖ ਪਰਉਪਕਾਰੀ ਨੇ, ਨਾਮ ਜਪਦੇ 'ਚ ਪਾਉਂਦੇ ਨੇ, ਉਹਨਾਂ ਨੂੰ ਆਪਾਂ ਮਾੜਾ ਕਹਿੰਦੇ ਆ, ਨਿੰਦਿਆ ਕਰਦੇ ਆ। ਇਹ ਸਾਨੂੰ ਸੋਚਣਾ ਪਏਗਾ। ਪਰ ਜਿਹੜੇ ਸੰਤ ਨੇ, ਸਾਧੂ ਹਨ, ਅਸਲੀ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਦੇ ਵਿੱਚ ਕਮਾਈ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਜਿਹਨੇ ਕਮਾਈ ਕਰਨੀ ਉਹ ਘਰ ਬੈਠਾ ਵੀ ਕਰ ਸਕਦਾ। ਗੁਰਦੁਆਰੇ ਆਉਣ ਦਾ ਇਲਾਜ ਹੈ ਵੀ ਇੱਥੇ ਕਮਾਈ ਕਰਨ ਦੀ ਲੋੜ ਨਹੀਂ। ਜਹਾਜ਼ ਉੱਡਣ ਵਾਲਾ ਹੋਵੇ, ਬਸ ਉੱਥੇ ਭੱਜ ਕੇ ਬਹਿਣਾ ਹੁੰਦਾ। ਜਿਹੜਾ ਬੰਦਾ ਬਹਿ ਗਿਆ, ਭਾਵੇਂ ਸੀਟ ਸੁੱਟ ਕੇ ਮੇਰੇ ਵਾਂਗੂ ਸੌਂ ਹੀ ਜਾਏ, ਉਹਨੇ ਤਾਂ ਮੰਜ਼ਿਲ 'ਤੇ ਪਹੁੰਚਾ ਹੀ ਦੇਣਾ। ਕਿ ਉਹ ਸੰਗਤ ਦੇ ਵਿੱਚ ਮਿਹਨਤ ਨਹੀਂ ਕੀਤੀ ਜਾਂਦੀ, ਕੀਤੀ ਕਰਾਈ ਮਿਹਨਤ ਜੋ ਸਾਡੇ ਗੁਰੂਆਂ ਨੇ ਕੀਤੀ ਹੈ, ਸ਼ਹੀਦਾਂ ਸਿੰਘਾਂ ਨੇ ਕੀਤੀ ਹੈ। ਹੰਸਾਲੀ ਵਾਲੇ ਮਹਾਂਪੁਰਖਾਂ ਦੀ ਮਿਹਨਤ, ਨਾਮ ਜਪਿਆ, ਭਗਤੀ ਕੀਤੀ। ਸੋ ਸੰਗਤ ਦੀ ਮਿਹਨਤ ਹੀ ਕੰਮ ਆਉਂਦੀ ਹੈ। ਇੱਥੇ ਬੈਠ ਕੇ ਕੇਵਲ ਸਰਵਣ ਕਰਨਾ ਹੈ, ਹਾਜ਼ਰੀ ਲਵਾਉਣੀ ਹੈ। ਤੋ ਇੰਝ
ਇਹ ਸੰਗਤ ਦੇ ਵਿੱਚ ਬਖਸ਼ਿਸ਼ ਹੈ, ਵਾਹਿਗੁਰੂ ਜੀ ਦੀ ਵਰਤਦੀ ਹੈ। ਇਹ ਮਹਾਰਾਜ ਸਾਨੂੰ ਤੇਰੇ ਨਾਮ ਦਾ ਆਸਰਾ ਮਿਲੇ, ਖਾਣ ਦਾ ਲੱਭ, ਜੋੜਨ ਦਾ ਲਾਲਚ ਵਿਸ਼ੇਸ਼ ਕਰਕੇ ਸਾੜ ਦਈਏ। ਹਾਂਜੀ, ਮਹੱਲਾ ਪਹਿਲਾ। ਮਹੱਲਾ ਪਹਿਲਾ। ਆਪਾਂ ਇਸ ਪੰਕਤੀ ਤੇ ਵਿਚਾਰ ਕਰ ਰਹੇ ਸੀ। ਸਤਿਗੁਰੂ ਨਾਨਕ ਦੇਵ ਸਾਹਿਬ ਫਰਮਾਉਂਦੇ ਨੇ, ਇੱਕੋ ਕੰਤ ਸਵਾਈਆ। ਜਿੰਨੀਆਂ ਵੀ ਇਹ ਮਹਾਤਮਾ ਰੂਪ ਸਖੀਆਂ ਇੱਕੋ ਪਤੀ ਪਰਮੇਸ਼ਰ ਦੀਆਂ ਹਨ। ਜੇ ਆਪਾਂ ਗੁਰੂ ਦੇ ਸਿੱਖ ਹਾਂ ਤੇ ਬਾਕੀ ਦੇ ਵੀ ਗੁਰੂ ਦੇ ਸਿੱਖ ਹਨ। ਜਿੱਤੀ ਦਰ ਖੜੀਆਂ ਹਾਂ। ਜਿੰਨੀਆਂ ਵੀ ਪਤੀ ਪਰਮੇਸ਼ਰ ਦੇ ਦਰਵਾਜ਼ੇ ਤੇ ਖੜੀਆਂ, ਕੋਈ ਸੇਵਾ ਵਾਲੀ ਆ, ਕੋਈ ਸਿਮਰਨ ਵਾਲੀ ਆ। ਇਉਂ ਸਾਰਿਆਂ ਦੇ ਵਿੱਚ ਵੱਖੋ ਵੱਖਰੇ ਗੁਣ ਹਨ। ਅਸੀਂ ਹੀ ਔਗਣਾਂ ਦੇ ਭਰੇ ਹੋਏ ਹਾਂ। ਇੱਕ ਤੋਂ ਇੱਕ ਚੜ੍ਹਾਉਂਦੀਆਂ, ਕੌਣ ਜਾਣੈ ਮੇਰਾ ਨਾਉ ਜੀਓ। ਨਾਨਕ ਕੰਤੈ ਰਤੀਆਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਜੋ ਪਤੀ ਅਕਾਲ ਪੁਰਖ ਦੇ ਪ੍ਰੇਮ ਆਨੰਦ ਵਿੱਚ ਰੰਗੀਆਂ ਗਈਆਂ ਹਨ। ਪੁੱਛੈ ਬਾਤੜੀਆਂ ਹਾਂ। ਉਹਨਾਂ ਮਹਾਤਮਾ ਰੂਪ ਸਖੀਆਂ ਕੋਲੋਂ ਜਗਿਆਸੂ ਰੂਪ ਸਖੀਆਂ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਬਾਤਾਂ ਪੁੱਛਦੀਆਂ, ਗੱਲਾਂ ਪੁੱਛਦੀਆਂ ਹਨ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਸਭੇ ਕੰਤੈ ਰਤੀਆਂ। ਸਾਰੀਆਂ ਮਹਾਤਮਾ ਰੂਪ ਸਖੀਆਂ ਪਤੀ ਪਰਮੇਸ਼ਰ ਦੇ ਪ੍ਰੇਮ ਆਨੰਦ ਦੇ ਵਿੱਚ ਰੰਗੀਆਂ ਹੋਈਆਂ ਹਨ। ਮੈਂ ਦੁਹਾਗਣ ਕਿਤ। ਉਹਨਾਂ ਸੁਹਾਗਵੰਤੀਆਂ ਦੇ ਸਾਹਮਣੇ ਮੈਂ ਛੁੱਟੜ ਕਿਸ ਗਿਣਤੀ ਵਿੱਚ ਹਾਂ। ਮੈਂ ਤਨ ਅਵਗੁਣ ਇਤੜੇ। ਮੇਰੇ ਸਰੀਰ ਵਿੱਚ ਇੰਨੇ ਕੁ ਗੁਨਾਹ ਹਨ। ਕਾਸਮ ਨਾ ਫੇਰੇ ਚੇਤਾ। ਕਿ ਪਤੀ ਅਕਾਲ ਪੁਰਖ ਮੇਰੇ ਵੱਲ ਆਪਣਾ ਚੇਤੀ ਨਹੀਂ ਫੇਰਦਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹਉ ਬਲਹਾਰੀ ਤਨ ਕੋ। ਮੈਂ ਤਿੰਨਾਂ ਦੇ ਤਾਈਂ ਬਲਿਹਾਰ ਕੁਰਬਾਨ ਜਾਂਦੀਆਂ। ਸਹਿਬਤਾ ਜਿਨ੍ਹਾਂ ਦਾ ਬਾਤ। ਜਿਨ੍ਹਾਂ ਦੇ ਮੂੰਹ ਦੇ ਵਿੱਚ ਜਾਂ ਜਿਨ੍ਹਾਂ ਦੀਆਂ ਗੱਲਾਂ ਦੇ ਵਿੱਚ ਵਾਹਿਗੁਰੂ ਦੀ ਉਸਤਤੀ ਵਸਦੀ ਹੈ, ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਦੀ ਸਿਫਤ ਜਾਂ ਸਿਫਤੀ ਰੂਪ ਅੰਮ੍ਰਿਤ ਹੈ। ਸਭ ਰਾਤੀ ਸੁਹਾਗਣੀ। ਸਾਰੀਆਂ ਸੁਹਾਗਵੰਤੀਆਂ ਮਹਾਤਮਾ ਰੂਪ ਸਖੀਆਂ ਨੂੰ ਅਵਸਥਾ ਰੂਪ ਰਾਤਾਂ ਦਿੱਤੀਆਂ, ਜਾਂ ਸਭ ਮਹਾਤਮਾ ਰੂਪ ਸੁਹਾਗਵੰਤੀਆਂ ਤੇਰੇ ਵਿੱਚ ਰਤੀਆਂ ਹੋਈਆਂ ਹੈ ਵਾਹਿਗੁਰੂ। ਇੱਕ ਮੈਂ ਦੁਹਾਗਣ ਰਾਤ। ਇੱਕ ਮੈਨੂੰ ਛੁੱਟਣ ਨੂੰ ਵੀ ਰਾਤ ਬਖਸ਼ਿਸ਼ ਕਰ ਦਿਓ, ਸਾਖਸ਼ਾਤ ਹੋਣਾ ਕਰੋ। ਜਾਂ ਇੱਕ ਉਮਰ ਰੂਪੀ ਰਾਤ। ਸੋ ਉਮਰ ਦਾ ਕੋਈ ਦਿਨ, ਕੋਈ ਸਮਾਂ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਇਹ ਮਹਾਰਾਜ ਕੋਈ ਰਾਤ ਸਾਨੂੰ ਵੀ ਦੇਣਾ ਕਰੋ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰਾਤ ਦੇ 1 ਵਜੇ ਦੇ ਕਰੀਬ ਤੇ ਛੋਟੀ ਅਲਮਾਰੀ ਖੁੱਲ੍ਹਦੀ ਹੈ, ਦਰਸ਼ਨੀ ਡਿਉੜੀ ਦਾ ਛੋਟਾ ਜੋ ਦਰਵਾਜ਼ਾ ਹੈ। ਅੰਮ੍ਰਿਤਧਾਰੀ ਸਿੰਘ ਰਹਿਤ ਵਿੱਚ ਤਿਆਰ ਤਿਆਰ ਅੰਦਰ ਜਾ ਕੇ ਸੇਵਾ ਨਿਭਾਉਂਦੇ ਨੇ। ਸੋ ਧੁਆਈ ਸੇਵਾ, ਸਾਫ ਸਫਾਈ, ਚੰਦੋਆ ਸਾਹਿਬ, ਫੁੱਲ ਆਦਿਕ ਤੋ ਸਭਨਾਂ ਨੂੰ, ਰੁਮਾਲੀਆਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਇਉਂ ਉਹ ਰਾਤ ਸੇਵਾ ਵਾਲੀ ਸਫਲ ਹੈ। ਜਾਂ ਰਾਤ ਹੀ ਆਸਾ ਦੀ ਵਾਰ 3 ਪਹਿਰੇ ਦੀ ਚੌਂਕੀ ਪ੍ਰਾਰੰਭ ਹੋ ਜਾਂਦੀ ਹੈ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁਕਮਨਾਮਾ ਦਿਨ ਚੜ੍ਹਨ ਤੋਂ ਪਹਿਲਾਂ ਇਹ ਰਾਤ ਸਫਲ ਹੈ। ਇਹ ਮਹਾਰਾਜ ਸਭ ਸੰਗਤਾਂ ਆਪਦੇ ਦਰ ਦੇ ਦਰਸ਼ਨਾਂ ਦਾ
ਕੀਰਤਨ ਸਰਵਣ ਕਰਨ ਦਾ ਆਨੰਦ ਮਾਣਦੀਆਂ ਨੇ। ਅਤੇ ਸਾਨੂੰ ਵੀ ਕੋਈ ਮਹਾਰਾਜ ਸਮਾਂ ਦਿਓ, ਕੋਈ ਮੌਕਾ ਦਿਓ, ਅਸੀਂ ਆਪ ਦੇ ਦਰਬਾਰ ਦੀ ਹਾਜ਼ਰੀ ਭਰੀਏ ਇਸ ਪਾਵਨ ਅਸਥਾਨ 'ਤੇ ਵੀ। ਸੋ ਰਾਤ ਦੀਆਂ ਸੰਗਤਾਂ ਵੱਖਰੀਆਂ ਹਨ ਜੋ ਰਾਤ ਨੂੰ ਆ ਕੇ ਸੇਵਾ ਨਿਭਾਉਂਦੀਆਂ ਨੇ। ਸੋ ਮਹਾਰਾਜ ਦੇ ਪਾਵਨ ਅਸਥਾਨ ਨੂੰ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਸਾਹਿਬਾਂ ਦੇ ਪ੍ਰਕਾਸ਼ ਦੀ ਸੇਵਾ, ਨਿਤਨੇਮ ਦੀ ਸੇਵਾ, ਇੰਝ ਇਹ ਮਹਾਰਾਜ ਉਹਨਾਂ ਦੀਆਂ ਰਾਤਾਂ, ਉਹਨਾਂ ਦਾ ਸਮਾਂ ਸਫਲ ਹੈ। ਸਾਨੂੰ ਵੀ ਕੋਈ ਸੇਵਾ ਦਾ, ਕੋਈ ਸਿਮਰਨ ਦਾ, ਅੰਮ੍ਰਿਤ ਵੇਲਾ ਸੰਭਾਲਣ ਦਾ ਮੌਕਾ ਬਖਸ਼ੋ ਜੀ। ਜਿਹੜੇ ਗੁਰਮੁਖ ਨੇ, ਪਾਠੀ ਸਿੰਘ ਨੇ, ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਰੌਲਾਂ ਦੇ ਵਿੱਚ, ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਦੇ ਵਿੱਚ, ਅਤੇ ਸਾਨੂੰ ਵੀ ਕੋਈ ਮੌਕਾ ਦਿਓ ਜੀ ਮਹਾਰਾਜ। ਜਿਹੜੇ ਪ੍ਰੇਮੀ ਨੇ, ਅਖੰਡ ਪਾਠ ਕਰਨਾ ਜਾਣਦੇ ਨੇ, ਜ਼ਰੂਰੀ ਨਹੀਂ ਵੀ ਆਪਾਂ ਪੈਸੇ ਲੈ ਕੇ ਹੀ ਪਾਠ ਕਰ ਸਕਦੇ ਹਾਂ। ਕਿਸੇ ਨੂੰ ਕੋਈ ਸਰੀਰਕ ਪ੍ਰੋਬਲਮ ਹੈ ਜਾਂ ਕੋਈ ਬੈਠਿਆਂ ਬੈਠਿਆਂ ਆਲਸ ਆ ਰਿਹਾ, ਜਿਹਨੂੰ ਪਾਠ ਆਉਂਦਾ ਅਤੇ ਉਹ 2-4 ਮਿੰਟ ਹਾਜ਼ਰੀ ਭਰ ਸਕਦਾ ਹੈ। ਤੋ ਇਸ ਵਾਸਤੇ ਸੇਵਾ ਵੀ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਵੀ ਪੈਸੇ ਲੈ ਕੇ ਹੀ ਰੌਲ ਲੱਗਦੀ ਹੈ। ਬਿਨਾਂ ਪੈਸਿਆਂ ਤੋਂ ਵੀ ਆਪਾਂ ਸੇਵਾ ਕਰ ਸਕਦੇ ਹਾਂ, ਜਿਨ੍ਹਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ। ਤੋ ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਮੌਕਾ ਬਖਸ਼ਿਸ਼ ਕਰੋ ਜੀ। ਇਹਨਾਂ ਵੀ ਪੈਸੇ ਜਦ ਮਿਲਣੇ ਹੋਣ ਅਤੇ ਥੋੜ੍ਹਾ ਬੰਦੇ ਨੂੰ ਲਾਲਚ ਪੈ ਜਾਂਦਾ, ਜਿਸ ਤਰ੍ਹਾਂ ਬੱਚਿਆਂ ਨੂੰ ਪੈਂਦਾ, ਭਾਵੇਂ ਥੋੜ੍ਹੇ ਹੀ ਮਿਲਦੇ ਨੇ, ਅਤੇ ਪਰ ਇਹਨਾਂ ਵੀ ਡਿਊਟੀ ਦੇ ਮੁਤਾਬਕ ਬੰਦਾ ਭੱਜਿਆ ਜਾਂਦਾ। ਅਤੇ ਜਿਹਨੇ ਨਹੀਂ ਲੈਣੇ ਉਹਦਾ ਮਤਲਬ ਹੁੰਦਾ ਵੀ ਆਪਾਂ ਪਤਾ ਨਹੀਂ, ਆਪਾਂ ਕੁਛ ਲੈਣਾ ਤਾਂ ਹੈ ਨਹੀਂ, ਜਾਈਏ ਨਾ ਜਾਈਏ। ਅਤੇ ਇਸ ਵਾਸਤੇ ਇਹ ਮਰਯਾਦਾ ਜਿਹੜੀ ਹੈ ਪਾਠ ਤੋਂ ਬਾਅਦ ਭੇਟਾ ਦੀ, ਇਹ ਗੁਰੂ ਸਾਹਿਬ ਦੇ ਵੇਲੇ ਦੀ ਚੱਲੀ ਆਉਂਦੀ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਜੋ ਸ੍ਰੀ ਸਹਿਜ ਪਾਠ ਅਕਾਲ ਤਖਤ ਸਾਹਿਬ 'ਤੇ, ਜਿੱਥੇ ਗੁਰਦੁਆਰਾ ਕੋਠਾ ਸਾਹਿਬ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬੇ ਬੁੱਢੇ ਤੋਂ ਕਰਵਾਇਆ। ਅਤੇ ਬਾਬੇ ਬੁੱਢੇ ਨੂੰ ਘੋੜਾ ਜੋੜਾ, ਪੁਸ਼ਾਕ, ਮਾਇਆ ਤੇਲਾ, ਗੁਰਬਾਣੀ ਪੜ੍ਹਨ ਦੀ ਭੇਟਾ ਦਿੱਤੀ। ਇਹਦਾ ਮੁੱਲ ਨਹੀਂ, ਇਹਦੀ ਭੇਟਾ ਹੈ। ਜਦ ਬਾਬਾ ਬੁੱਢਾ ਜੀ ਜੋਤੀ ਜੋਤ ਸਮਾਏ, ਉਹਨਾਂ ਦਾ ਸਹਿਜ ਪਾਠ ਅਕਾਲ ਤਖਤ ਸਾਹਿਬ 'ਤੇ ਭਾਈ ਗੁਰਦਾਸ ਸਾਹਿਬ ਜੀ ਕੋਲੋਂ ਕਰਵਾਇਆ ਅਤੇ ਗੁਰੂ ਮਹਾਰਾਜ ਨੇ ਭੇਟਾ ਵੀ ਦਿੱਤੀ। ਤੋ ਇਹ ਇੱਕ ਸਤਿਕਾਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ, ਸਾਨੂੰ ਵੀ ਸੇਵਾ ਬਖਸ਼ਿਸ਼ ਕਰੋ। ਅਤੇ ਇਸ ਤਰ੍ਹਾਂ ਪਾਠ ਕਰ ਕਰਕੇ ਅਤੇ ਫਿਰ ਹੀ ਬੰਦਾ ਪਾਠੀ ਬਣਦਾ। ਜੇ ਘਰ ਕਹਿੰਦੇ ਬੈਠੇ ਰਹੋ, ਕਦੀ ਪੜ੍ਹ ਲਿਆ ਕਦੀ ਨਾ ਪੜ੍ਹ ਲਿਆ, ਉਹਦੇ ਨਾਲ ਪਹਿਲਾਂ ਪੜ੍ਹਿਆ ਵੀ ਭੁੱਲ ਜਾਂਦਾ। ਜਿਹੜਾ ਕੰਮ ਕਰਦੇ ਰਹੋ ਉਹਦੇ 'ਤੇ ਹੱਥ ਖੁੱਲ੍ਹਿਆ ਰਹਿੰਦਾ ਹੈ। ਬਾਣੀ ਵੀ ਇਸੇ ਤਰ੍ਹਾਂ ਹੀ ਹੈ। ਆਹ ਕਥਾ 2 ਦਿਨ ਨਾ ਕਰੀਏ, ਤੀਜੇ ਦਿਨ ਪ੍ਰਮਾਣ ਹੀ ਯਾਦ ਨਹੀਂ ਰਹਿੰਦਾ। ਕੀਰਤਨ ਵਾਲਿਆਂ ਕੋਲ ਪੁੱਛ ਕੇ ਵੇਖ ਲਓ, ਖਾਸ ਕਰਕੇ ਜਿਹੜਾ ਤਬਲਾ ਵੱਜਦਾ, 1 ਹਫ਼ਤਾ ਤਬਲਾ ਨਾ ਵਜਾਓ ਅਤੇ 1 ਸਾਲ ਪਿੱਛੇ ਪੈ ਜਾਂਦਾ। ਤੋ ਇਸ ਵਾਸਤੇ ਬਾਣੀ ਦੇ ਅੱਖਰ ਵੀ ਇੰਝ ਹੀ ਨੇ, ਪੜ੍ਹਦੇ ਰਹੋ ਤਾਂ ਚਲੰਤ ਰਹਿੰਦੀ ਹੈ, ਜ਼ਬਾਨ 'ਤੇ ਚੜ੍ਹੀ ਰਹਿੰਦੀ ਹੈ। ਜੇ ਪੜ੍ਹਨੋਂ ਹਟ ਜਾਓ ਅਤੇ ਫਿਰ ਮੁੜ ਕੇ ਯਾਦ ਕੀਤਿਆਂ ਵੀ ਯਾਦ ਨਹੀਂ ਆਉਂਦੀ। ਇਸ ਲਈ ਰਹਿਤਨਾਮਿਆਂ ਦੇ ਵਿੱਚ ਬਚਨ ਹੈ ਕਿ ਜਿਹਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਬਾਣੀ ਪੜ੍ਹਨ ਦੀ ਜਾਚ ਸਿਖਾਈ ਹੈ, ਉਹ ਬਾਣੀ ਨੂੰ ਭੁੱਲੇ ਨਾ। ਜੇ ਭੁੱਲ ਗਿਆ ਤਾਂ ਉਹ ਤਨਖਾਹੀਆ ਹੈ। ਜਿਹੜਾ ਬਾਣੀ ਪੜ੍ਹ ਕੇ ਭੁੱਲ ਗਿਆ ਉਹ ਤਨਖਾਹੀਆ ਹੈ। ਇਸ ਲਈ ਸੋ ਨਿਤਨੇਮ ਜਿਹੜਾ ਕੰਠ ਹੋਣਾ ਚਾਹੀਦਾ, ਅਤੇ ਉਹ ਕੰਠ ਯਾਦ ਹੋਣਾ ਚਾਹੀਦਾ। ਯਾਦ ਤਾਂ ਹੀ ਰਹਿੰਦਾ ਜੇ ਆਪਾਂ ਨਿਤ ਪੜ੍ਹੀਏ। ਤੋ ਇਸ ਲਈ ਇਹ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ। ਸੋ ਸਾਨੂੰ ਵੀ ਸਮਾਂ ਬਖਸ਼ਿਸ਼ ਕਰੋ ਆਪ ਦੇ ਨਾਮ ਜਪਣ ਦਾ, ਆਪ ਦੀ ਬਾਣੀ ਦੇ ਨਿਤਨੇਮ ਦਾ, ਆਪ ਦੀ ਸੇਵਾ ਦਾ। ਪੌੜੀ ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਹੈ। ਗੁਰੂ ਅਮਰਦਾਸ ਜੀ ਸ਼ੁਭ ਪਾਵਨ ਉਪਦੇਸ਼ ਬਖਸ਼ਦੇ ਹਨ। ਦਰ ਮੰਗਤ ਜਾਚੈ ਦਾਨ, ਮੈਂ ਭਿਖਾਰੀ
ਤੇਰੇ ਦਰ ਦਾ ਮੰਗਤਾ ਬਣ ਕੇ, ਦਰ ਕਿਹੜਾ ਹੈ? ਸਾਧ ਸੰਗਤ ਰੂਪ। ਕਈ ਕਹਿੰਦੇ ਵੀ ਉਹ ਫਲਾਣਾ ਗੁਰਦੁਆਰਿਓਂ ਲੈ ਗਿਆ ਜੀ। ਜੇ ਗੁਰਦੁਆਰਿਓਂ ਨਹੀਂ ਲੈਣਾ ਤਾਂ ਹੋਰ ਲੈਣਾ ਕਿੱਥੋਂ ਆ? ਤੋ ਇਸ ਵਾਸਤੇ ਗੁਰੂ ਦਾ ਦਿੱਤਾ ਹੀ ਤਾਂ ਖਾਈਦਾ ਹੈ। ਕਿਸੇ ਨੂੰ ਮਹਾਰਾਜ ਪੜ੍ਹਦੇ ਨਾ ਦੇ ਦਿੰਦਾ, ਉਹਦਾ ਸਾਨੂੰ ਪਤਾ ਨਹੀਂ ਲੱਗਦਾ। ਅਤੇ ਕਈ ਸਾਹਮਣੇ ਹੀ ਦੇਣ ਵਾਲਾ ਤਾਂ ਮਹਾਰਾਜ ਹੀ ਆ। ਇਸ ਵਾਸਤੇ ਮਹਾਰਾਜ ਹੀ ਸਭਨਾਂ ਨੂੰ ਬਖਸ਼ਿਸ਼ ਕਰਦਾ ਹੈ। ਇਹ ਮਹਾਰਾਜ ਤੇਰੇ ਸਾਧ ਸੰਗਤ ਦਰਵਾਜ਼ੇ 'ਤੇ ਆਪਾਂ ਮੰਗਦੇ ਹਾਂ, ਅਤੇ ਸਾਨੂੰ ਕਿਰਪਾ ਕਰ। ਹੋਰ ਤਾਂ ਆਪ ਦਾ ਦਿੱਤਾ ਸਭ ਕੁਛ, ਅਤੇ ਮਹਾਰਾਜ ਕਿਰਪਾ ਕਰਕੇ ਜਾਚੈ ਦਾਨ। ਮੈਂ ਤੇਰੇ ਦਰ ਦੇ ਵਿੱਚੋਂ ਨਾਮ ਦਾ ਦਾਨ ਮੰਗਦਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਹਰ ਦੀਜੈ ਕਿਰਪਾ ਕਰ। ਹੇ ਹਰੀ ਪਰਮੇਸ਼ਰ, ਤੂੰ ਕਿਰਪਾ ਮਿਹਰ ਕਰਕੇ ਮੈਨੂੰ ਨਾਮ ਦਾ ਦਾਨ ਦੇਣਾ ਕਰ। ਗੁਰਮੁਖ ਲਿਹੁ ਮਿਲਾਏ। ਜੇ ਆਪਦੇ ਬੱਚਿਆਂ ਦੀ ਸੰਗਤ ਕਰਾਂਗੇ, ਆਪਦੇ ਘਰ ਪਰਿਵਾਰ ਦੀ ਸੰਗਤ ਕਰਾਂਗੇ ਤਾਂ ਮੋਹ ਵਧੇਗਾ। ਜੇ ਗੁਰਦੁਆਰੇ ਦੇ ਗੁਰਮੁਖਾਂ ਦੀ ਸੰਗਤ ਕਰਾਂਗੇ ਤਾਂ ਮੋਹ ਟੁੱਟ ਕੇ ਰੱਬ ਦੇ ਚਰਨਾਂ ਵਿੱਚ ਸਾਡਾ ਮਨ ਜੁੜੇਗਾ। ਇਸ ਲਈ ਜਿੰਨਾ ਵੀ ਸਮਾਂ ਮਿਲੇ ਗੁਰਦੁਆਰੇ ਦੇ ਗੁਰਮੁਖਾਂ ਦੀ ਸੰਗਤ ਕਰੋ। ਇਹ ਮਹਾਰਾਜ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਨੂੰ ਆਪਦੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਮਿਲਾ ਲਵੋ ਜੀ। ਜਿਵੇਂ ਗੁਰਮੁਖਾਂ ਨੂੰ ਤੂੰ ਆਪਦੇ ਸਰੂਪ 'ਚ ਮੇਲ ਲਿਆ, ਸੰਤਾਂ ਮਹਾਤਮਾ ਨੂੰ ਇੰਝ ਸਾਨੂੰ ਵੀ ਮੇਲ ਲਓ ਮਹਾਰਾਜ। ਜਨ ਪਾਵੈ ਨਾਮ ਹਰ। ਇਹ ਹਰੀ, ਤਾਂ ਜੋ ਗੁਰਮੁਖਾਂ ਦੀ ਸੰਗਤ ਦੁਆਰਾ ਮੈਂ ਜਨ ਤੇਰਾ ਦਾਸ ਤੇਰੇ ਨਾਮ ਨੂੰ ਪ੍ਰਾਪਤ ਕਰ ਲਵਾਂ ਜੀ। ਅਨਹਦ ਸ਼ਬਦ ਵਸਾਏ। ਇੱਕ ਰਸ ਸ਼ਬਦ ਦਾ ਜਪਾ ਜਾ ਮੇਰੇ ਹਿਰਦੇ ਵਿੱਚ ਪ੍ਰਗਟ ਕਰ ਦੇਵੋ ਜੀ। ਜੋਤੀ ਜੋਤ ਧਾਰ। ਮੇਰੀ ਪ੍ਰਤੱਖ ਜੋਤ ਨੂੰ ਆਪਣੀ ਅਦਵੈਤ ਆਨੰਦ ਜੋਤ ਵਿੱਚ ਮਿਲਾ ਕੇ ਰੱਖ ਲਵੋ, ਜਾਂ ਮੇਰੀ ਬੁੱਧੀ ਵਿੱਚ ਆਪਣੇ ਸਰੂਪ ਦਾ ਜੋਤ ਨਾਮ ਮੈਂ ਪ੍ਰਕਾਸ਼ ਰੱਖਣਾ ਕਰੋ ਜੀ। ਹਿਰਦੈ ਹਰ ਗੁਣ ਗਾਏ। ਇਹ ਹਰੀ, ਹਿਰਦੇ ਵਿੱਚ ਤੇਰੇ ਗੁਣ ਮੈਂ ਹਮੇਸ਼ਾ ਹੀ ਗਾਵਾਂ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਵੇਖੋ ਦੁਨੀਆ ਵਿਹਲੀ ਤੁਰੀ ਫਿਰਦੀ ਹੈ, ਕਾਰੋਬਾਰ ਠੱਪ ਪਏ ਨੇ, ਅਤੇ ਇੱਥੇ ਮਹਾਰਾਜ ਦੀ ਬਾਣੀ ਦੇ ਵਿੱਚ ਚਿੱਤ ਲੱਗਾ ਹੋਇਆ ਹੈ। ਇਸ ਵਾਸਤੇ ਜੇ ਮਹਾਰਾਜ ਦੇ ਗੁਣ ਪ੍ਰਾਪਤ ਹੋ ਜਾਣ, ਫਿਰ ਇੱਕ ਤਾਂ ਘਾਟਾ ਵੀ ਨਹੀਂ ਪੈਂਦਾ, ਇੱਕ ਚਿੱਤ ਵੀ ਉਚਾਟ ਨਹੀਂ ਹੁੰਦਾ। ਵੇਖੋ ਕਈ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਂਦੇ। ਤਾਂ ਇਸ ਵਾਸਤੇ ਪਰਮਾਤਮਾ ਨੇ ਕਿਹਾ ਸੋਹਣਾ ਬੜਾ ਮਨੁੱਖਾ ਜਨਮ ਦਿੱਤਾ। ਜੇ ਮਨ ਕਿਸੇ ਪ੍ਰਤੀ ਉਚਾਟ ਹੈ ਤਾਂ ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਹਦੀ ਸੇਵਾ ਵਿੱਚ ਚਿੱਤ ਜੋੜ ਸਕਦੇ ਹਾਂ। ਸਾਹਿਬਾਂ ਨੇ ਸੇਵਾ ਦੀ ਬਖਸ਼ਿਸ਼ ਕੀਤੀ ਹੈ। ਸਰਕਾਰਾਂ ਇਹ ਜ਼ੋਰ ਲਾਉਂਦੀਆਂ ਨੇ ਕਿ ਬੱਚੇ ਸਾਡੇ ਖੇਡਾਂ ਦੇ ਵਿੱਚ ਪ੍ਰਵਿਰਤ ਹੋਣ। ਜਿਹੜਾ ਬੱਚਾ ਭਲਵਾਨੀ 'ਚ ਪੈ ਗਿਆ, ਕਬੱਡੀ 'ਚ ਪੈ ਗਿਆ, ਖੇਡਾਂ 'ਚ ਪੈ ਗਿਆ, ਉਹ ਕਦੀ ਨਸ਼ੇ ਨਹੀਂ ਵਰਤੇਗਾ, ਕਿਉਂਕਿ ਉਹਨੂੰ ਸੋਝੀ ਆ ਜਾਊਗੀ ਵੀ ਖੇਡ ਦੇ ਵਿੱਚ ਸਰੀਰ ਦੀ ਲੋੜ ਹੈ। ਨਸ਼ੇ ਅਤੇ ਵਿਸ਼ੇ ਸਰੀਰ ਨੂੰ ਬਰਬਾਦ ਕਰ ਦਿੰਦੇ। ਪੰਜੋਖਰਾ ਸਾਹਿਬ ਜੋੜ ਮੇਲੇ 'ਤੇ ਮੈਂ ਵੇਖਿਆ ਕਿ ਮਹਾਂਪੁਰਖਾਂ ਨੇ ਸੰਗਤਾਂ ਦੁੱਧ ਬਹੁਤਾ ਲਿਆਉਣਾ ਅਤੇ ਬਾਬਾ ਜੀ ਨੇ ਖੁਦ ਆਪ ਘਿਓ ਬਣਾਉਣਾ। ਉਹ ਡੱਬਿਆਂ ਦੇ ਡੱਬੇ ਭਲਵਾਨਾਂ ਨੂੰ ਵੰਡੇ, ਕਹਿੰਦੇ ਲਓ ਭਲਵਾਨੋ ਘਿਓ ਖਾਓ ਅਤੇ ਕਸਰਤ ਕਰੋ। ਸ਼ਾਬਾਸ਼ ਕਹਿੰਦੇ ਤੁਹਾਡੇ ਜ਼ੋਰ ਨੂੰ ਇਉਂ ਜਿੱਤੋ ਮੱਲ ਅਖਾੜੇ। ਇਉਂ ਮਹਾਂਪੁਰਖਾਂ ਥਾਪੜੇ ਦਿੱਤੇ। ਇਹ ਜਿਹੜੀ ਗੁਰਦੁਆਰੇ ਦੀ ਖੇਡ ਹੈ ਉਹ ਹੈ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਕਾਉਣਾ, ਵਰਤਾਉਣਾ ਸਭ ਤੋਂ ਉੱਤਮ ਸੇਵਾ ਹੈ। ਤੋ ਇਸ ਵਾਸਤੇ ਮਹਾਰਾਜ ਨੇ ਸੇਵਾ ਬਖਸ਼ਿਸ਼ ਕੀਤੀ ਹੈ ਕਿ ਚਿੱਤ ਨੂੰ ਸੇਵਾ ਵਿੱਚ ਜੋੜੀਏ, ਮਨ ਕਦੀ ਉਚਾਟ ਨਹੀਂ ਹੋਊਗਾ। ਔਰ ਜਿਹੜੀ ਕਥਾ ਹੈ ਇੰਨਾ ਦਿਲ ਲਾਉਂਦੀ ਹੈ। ਜੇ ਸੰਗਤ ਦੇ ਵਿੱਚ ਸਮਾਂ ਨਾ ਮਿਲੇ ਤਾਂ ਇਹ ਵੀ ਮੈਂ ਲਿਖਿਆ ਪੜ੍ਹਿਆ ਵੀ ਡਾਕਟਰ ਭਾਈ ਵੀਰ ਸਿੰਘ ਜਾਂ ਹੋਰ ਜਿਹੜੇ ਸੋਹਣੇ ਰਾਈਟਰ ਨੇ, ਸਰਦਾਰ ਸਰੂਪ ਸਿੰਘ ਜੀ ਅਲੱਗ ਸ਼ਰਧਾ ਪ੍ਰੇਮ ਵਾਲੇ,
ਉਹਨਾਂ ਦੀਆਂ ਕਿਤਾਬਾਂ ਤੁਸੀਂ ਘਰ ਬੈਠੇ ਪੜ੍ਹ ਕੇ ਵੀ ਸੰਗਤ ਕਰ ਸਕਦੇ ਹੋ। ਉਹ ਵੀ ਕਥਾ ਹੀ ਹੈ। ਊਤਮ ਕਥਾ ਸੁਣੀ ਜੈ ਸਰਵਣੀ ਮਾਇਆ ਕਰੋ ਭਗਵਾਨ। ਇਸ ਲਈ ਮਹਾਰਾਜ ਦੇ ਚਰਨਾਂ 'ਚ ਉਹ ਗੁਣ ਗਾਉਣ ਦੀ ਦਾਤ ਮੰਗੀ ਹੈ। ਇਹ ਮਹਾਰਾਜ ਆਪ ਦੀ ਕਥਾ, ਆਪ ਦੇ ਕੀਰਤਨ, ਇਹ ਗੁਣ ਗਾਉਣ ਦੀ ਦਾਤ ਸਾਨੂੰ ਬਖਸ਼ਿਸ਼ ਕਰਦੇ ਅਤੇ ਦਿਨ ਰਾਤ ਅਸੀਂ ਕਦੀ ਵੀ ਨਾ ਥੱਕੀਏ। ਸੋ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਨ, ਤੁਮਰੀ ਮਹਿਮਾ ਬਰ ਨਾ ਸਾਕੋ, ਤੂੰ ਠਾਕੁਰੋਜ ਭਗਵਾਨ। ਇਹਦੇ 'ਚ ਸਮਾਂ ਵੀ ਸਫਲ ਆ, ਪੜ੍ਹਾਈ ਲਿਖਾਈ ਵੀ ਸਫਲੀ ਆ। ਜਿਹੜੀ ਸਕੂਲ 'ਚ ਪੜ੍ਹੀ ਉਹ ਤਾਂ ਕਿਸੇ ਕੰਮ ਦੀ ਨਹੀਂ। ਕਿਤੇ ਵੀ ਕੋਈ ਨੌਕਰੀ ਵਾਲਾ ਵੀ ਉਹਦੇ ਵੀ ਕੰਮ ਕੁੰਮ ਨਹੀਂ ਆਉਂਦੀ। ਆ ਜਿੰਨਾ ਵੀ ਕੋਈ ਕੋਸ ਥੀਟਾ ਅਤੇ ਹੋਰ ਥੀਟੇ ਥੂਟੇ ਪੜ੍ਹੇ, ਟ੍ਰਿਗਨੋਮੈਟਰੀ, ਹੋਰ ਹਿਸਾਬ ਕਿਤਾਬ, ਉਹ ਕਿਸੇ ਵੀ ਕੰਮ ਦਾ ਨਹੀਂ। ਜਿੰਨਾ ਕੁਛ ਪੜ੍ਹਿਆ ਸਭ ਫਜ਼ੂਲ। ਅਤੇ ਹੋਰ ਹੀ ਗੱਲਾਂ ਸਿੱਖਣੀਆਂ ਪੈਂਦੀਆਂ, ਟ੍ਰੇਨਿੰਗ ਵੱਖਰੀ ਹੁੰਦੀ ਹੈ। ਭਲਾ ਇਸ ਘਰ ਦੇ ਵਿੱਚ ਤਾਂ ਕੀ ਕੰਮ ਹੋਣਾ? ਇੱਥੇ ਤਾਂ ਮਹਾਰਾਜ ਦਾ ਨਾਮ, ਪਰਮੇਸ਼ਰ ਦੇ ਗੁਣ ਕੰਮ ਆਉਂਦੇ ਨੇ। ਇਸ ਲਈ ਮਹਾਰਾਜ ਸਾਨੂੰ ਬਖਸ਼ਿਸ਼ ਕਰ। ਕਈ ਪੜ੍ਹ ਪੜ੍ਹ ਕੇ ਕਮਲੇ ਹੋ ਜਾਂਦੇ, ਕਈਆਂ ਨੂੰ ਮੈਂ ਵੇਖਿਆ। ਜੇ ਤਾਂ ਬਾਣੀ ਚਿੱਤ ਜੁੜ ਗਿਆ ਫਿਰ ਚੜ੍ਹਦੀ ਕਲਾ। ਇਸ ਲਈ ਹੇ ਵਾਹਿਗੁਰੂ, ਮੇਰੀ ਬੁੱਧੀ ਦੇ ਵਿੱਚ, ਦਿਲ ਔਰ ਦਿਮਾਗ ਦੇ ਵਿੱਚ ਆਪ ਦੇ ਗੁਣ ਵਾੜ ਦੇ, ਆਪ ਦੀ ਬਾਣੀ ਘਸੋੜ ਦੇ ਅਤੇ ਮੇਰੇ ਮਨ ਦੇ ਵਿੱਚ ਆਪ ਦੇ ਨਾਮ ਦਾ ਪ੍ਰਕਾਸ਼ ਕਰ ਦੇ। ਹੇ ਵਾਹਿਗੁਰੂ, ਕਿਰਪਾ ਕਰ, ਇੱਕ ਰਸ ਸ਼ਬਦ ਅਜਪਾ ਜਾਪ ਹਿਰਦੇ ਵਿੱਚ ਪ੍ਰਗਟ ਹੋ ਜਾਏ, ਜਿਸ ਕਰਕੇ ਮੱਠੇ ਪੈਰ ਅੱਠੇ ਪੈਰ ਇੱਕ ਤੇ ਲਵੈ, ਮੰਨੇ ਨ ਹੁਕਮ ਅਪਾਰ। ਆਪ ਜੀ ਦਾ ਹੁਕਮ ਮੰਨਦਿਆਂ ਹੋਇਆਂ ਅੱਠੇ ਪੈਰ ਤੇਰੇ ਗੁਣ ਗਾਉਣਾ ਕਰਾਂ। ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪਾ ਜਾਪ ਹੈ, ਇਹ ਵਾਹਿਗੁਰੂ ਵੀ ਮਹਾਰਾਜ ਦੇ ਗੁਣ ਹਨ ਕਿ ਤੂੰ ਅਚਰਜ ਹੈ, ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਇਹ ਮਹਾਰਾਜ ਆਪ ਦੇ ਗੁਣ ਅਸੀਂ ਗਾਈਏ। ਹਿਰਦੈ ਹਰ ਗੁਣ ਗਾਏ, ਨਿਰੇ ਜ਼ਬਾਨ ਦੇ ਨਾਲ ਹੀ ਨਾ ਗਾਈਏ, ਹਿਰਦੇ ਕਰਕੇ ਵੀ ਗਾਈਏ ਜੀ। ਜੈ ਜੈ ਸ਼ਬਦ ਹਰ, ਇਹ ਹਰੀ ਰਸਨਾ ਕਰਕੇ ਵੀ ਤੇਰੀ ਜੈ ਜੈਕਾਰ ਦੇ ਸ਼ਬਦ ਉਚਾਰੀਏ। ਜਗ ਮੈਂ ਵਰਤੈ ਆਪ, ਇਹ ਹਰੀ ਤੂੰ ਆਪ ਹੀ ਸਾਰੇ ਜਗ ਦੇ ਵਿੱਚ ਵਰਤ ਰਿਹਾ ਹੈ। ਹਰ ਸੇਤੀ ਪ੍ਰੀਤ ਕਰ, ਇਸ ਲਈ ਹੇ ਹਰੀ ਤੇਰੇ ਨਾਲ ਹੀ ਮੈਂ ਹਮੇਸ਼ਾ ਪ੍ਰੀਤੀ ਕਰਦਾ ਰਹਾ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਾਵਨ ਸ਼ਲੋਕ ਉਚਾਰਦੇ ਨੇ। ਜਿਨੀ ਨ ਪਾਇਓ ਪ੍ਰੇਮ ਰਸ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਪਰਮੇਸ਼ਰ ਦੇ ਪ੍ਰੇਮ ਦਾ ਆਨੰਦ ਨਹੀਂ ਪਾਇਆ ਹੈ। ਅੰਤ ਨ ਪਾਇਓ ਸਾਉ, ਪਰ ਨਾ ਹੀ ਪਤੀ ਪਰਮੇਸ਼ਰ ਦੇ ਮਿਲਾਪ ਦਾ ਸਵਾਦ ਪਾਇਆ, ਸਾਰੀ ਰਸ ਉੱਤੇ ਹੀ ਲੰਘ ਗਈ। ਅਤੇ ਇਸ ਵਾਸਤੇ ਉਹ ਫਿਰ ਦਿਨ ਜਿਹੜੇ ਪਛਚਾਤਾਪ ਹੁੰਦਾ, ਇਉਂ ਉਮਰਾਂ ਰੂਪੀ ਰਾਤ ਉਂਝ ਹੀ ਬਤੀਤ ਹੋ ਗਈ। ਅਤੇ ਅੰਤःਕਰਨ ਦੇ ਵਿੱਚ ਜੋ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੈ ਉਹ ਪ੍ਰਾਪਤ ਹੀ ਨਹੀਂ ਹੋਇਆ। ਅਤੇ ਜਦ ਕਾਲ ਰੂਪੀ ਦਿਨ ਚੜ੍ਹਿਆ ਅਤੇ ਉਸ ਵਕਤ ਬੰਦਾ ਘਬਰਾ ਗਿਆ। ਯਮਦੂਤ ਵੇਖ ਕੇ ਵੀ ਉਹ ਕਹਿੰਦੇ ਚੱਲ ਪੁੱਤ, ਤੇਰਾ ਟਾਈਮ ਹੁਣ ਪੂਰਾ ਹੋ ਗਿਆ, ਟਾਈਮ ਟਾਈਮ ਦੀਆਂ ਬਾਤਾਂ ਹੁੰਦੀਆਂ ਨੇ, ਹੁਣ ਇੱਥੋਂ ਚੱਲਣਾ ਪਏਗਾ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹ ਫਿਰ ਪਛਤਾਵੇਗਾ। ਸੁਣੇ ਘਰ ਕਾ ਪਾਹੁਣਾ, ਜਿਵੇਂ ਖਾਲੀ ਪਏ ਘਰ ਦਾ ਪ੍ਰਾਹੁਣਾ ਜਿਹੜਾ ਹੁੰਦਾ ਹੈ, ਜਿਉਂ ਆਇਆ ਤਿਉਂ ਜਾਓ, ਜਿਵੇਂ ਆਉਂਦਾ ਉਵੇਂ ਹੀ ਖਾਲੀ ਤੁਰ ਜਾਂਦਾ, ਕਿਉਂਕਿ ਉਹਦੇ 'ਚ ਰਹਿੰਦਾ ਤਾਂ ਕੋਈ ਹੈ ਨਹੀਂ। ਅੱਜ ਕੱਲ੍ਹ ਤਾਂ ਫੋਨਾਂ ਦਾ ਟਾਈਮ ਆ ਗਿਆ, ਕਿਸੇ ਨੂੰ ਫੋਨ ਕਰਕੇ ਨਾ ਉਹ ਤਾਂ ਗੁੱਸਾ ਕਰਦੇ ਨੇ। ਖੁਦ ਸਾਨੂੰ ਵੀ ਮਹਿਸੂਸ ਹੁੰਦਾ ਵੀ ਘੱਟੋ ਘੱਟ ਇੱਕ ਫੋਨ ਤਾਂ ਕਰ ਦਿੰਦੇ, ਪਤਾ ਤਾਂ ਲੱਗ ਜਾਂਦਾ ਵੀ ਆਉਣਾ ਹੈ। ਕਈ ਕਹਿੰਦੇ ਆਪਾਂ ਸੋਚਿਆ ਵੀ ਵਿਹਲੇ ਸੀ, ਚਲੋ ਮਿਲ ਆਈਏ। ਬੰਦਾ ਪੁੱਛੇ ਤੂੰ ਤਾਂ ਵਿਹਲਾ ਸੀ, ਅਸੀਂ ਤਾਂ ਨਹੀਂ ਨਾ ਵਿਹਲੇ। ਅਗਲੇ ਕੋਲੋਂ ਟਾਈਮ ਲਓ, ਕਿਉਂਕਿ ਅਗਲੇ ਨੇ ਕੰਮ 'ਤੇ ਜਾਣਾ ਹੁੰਦਾ, ਕੋਈ ਉਹਦਾ ਆਪ ਦਾ ਸਕੈਜੂਲ ਹੁੰਦਾ। ਪੜ੍ਹੀ ਲਿਖੀ ਦੁਨੀਆ ਗੁੱਸਾ ਕਰਦੀ ਹੈ। ਅਤੇ ਇਸ ਵਾਸਤੇ ਜਿਹੜਾ ਘਰ ਹੀ ਖਾਲੀ ਹੈ, ਜਿੱਥੇ ਰਹਿੰਦਾ ਹੀ ਕੋਈ ਨਹੀਂ, ਮੂੰਹ ਚੁੱਕੇ ਤੁਰ ਗਏ, ਅੱਗੇ ਜੰਦਰਾ ਵੱਜਾ ਮਿਲਿਆ। ਦੱਸੋ ਕਿੱਡੀ ਕੁ ਵੱਡੀ ਸਿਆਣਪ ਹੈ। ਅਤੇ ਇਸ ਵਾਸਤੇ
ਇਸੇ ਤਰ੍ਹਾਂ ਜਿਹੜਾ ਮਨੁੱਖਾ ਜਨਮ ਧਾਰ ਕੇ ਤੇ ਮਹਾਰਾਜ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਮ ਦਾ, ਉਹਦੀ ਪ੍ਰਾਪਤੀ ਦਾ ਆਨੰਦ ਨਹੀਂ ਪਾਇਆ, ਉਹ ਜੀਵ ਰੂਪ ਇਸਤਰੀਆਂ ਉਹ ਖਾਲੀ ਜਾਂਦੀਆਂ ਜਿਵੇਂ ਖਾਲੀ ਘਰ ਦਾ ਪ੍ਰਾਹੁਣਾ ਸੁੰਝੇ ਘਰ ਵਿੱਚ ਉਹਦਾ ਕੋਈ ਸਤਿਕਾਰ ਨਹੀਂ ਕਰਦਾ, ਨਾ ਕੋਈ ਉਹਨੂੰ ਪਾਣੀ ਪੁੱਛਦਾ, ਨਾ ਕੋਈ ਪ੍ਰਸ਼ਾਦਾ, ਉਹ ਜਿਵੇਂ ਆਉਂਦਾ ਤਿਵੇਂ ਵਾਪਸ ਚਲਿਆ ਜਾਂਦਾ ਹੈ। ਇਉਂ ਸੁੰਨੇ ਘਰ ਦੀ ਤਰ੍ਹਾਂ ਕੀ ਹੈ ਸੰਸਾਰ। ਮਹਾਰਾਜ ਕਹਿੰਦੇ ਨੇ ਸੁੰਨੇ ਘਰ ਕਾ ਪਾਹੁਣਾ। ਇਹ ਸੰਸਾਰ ਰੂਪੀ ਖਾਲੀ ਘਰ ਦੇ ਵਿੱਚ ਜੀਵ ਮਨੁੱਖਾ ਜਨਮ ਧਾਰ ਕੇ ਖਾਲੀ ਹੱਥ ਆਇਆ ਸੀ ਅਤੇ ਸਤ ਸੰਤੋਖ ਦਇਆ ਧਰਮ ਆਦਿ ਕੋਈ ਸ਼ੁਭ ਗੁਣ ਧਾਰਨ ਕੀਤੇ ਤੋਂ ਬਿਨਾਂ ਵਿਅਰਥ ਹੀ। ਜਿਉਂ ਆਇਆ ਤਿਉਂ ਜਾਓ। ਜਿਵੇਂ ਖਾਲੀ ਆਇਆ ਸੀ ਤਿਵੇਂ ਵਿਸ਼ਿਆਂ ਵਿੱਚ ਲਾ ਕੇ ਸਗੋਂ ਪਹਿਲੇ ਵੀ ਪੁੰਨ ਗਵਾ ਕੇ ਸ਼ੁਭ ਗੁਣਾਂ ਵੱਲੋਂ ਖਾਲੀ ਹੀ ਤੁਰ ਜਾਂਦਾ। ਚਾਹੀਦਾ ਤਾਂ ਸੀ ਕਿ ਗੁਰੂ ਘਰ ਆ ਕੇ ਪੰਡਾਂ ਦੀਆਂ ਪੰਡਾਂ ਬੰਨ੍ਹ ਕੇ ਮਹਾਰਾਜ ਦੀ ਬਾਣੀ ਅਤੇ ਨਾਮ ਨੂੰ ਵਿਹਾਜਦਾ, ਆਪਦੇ ਹਿਰਦੇ ਘਰ ਵਿੱਚ ਪਰਲੋਕ ਘਰ ਵਿੱਚ ਲਿਜਾਣ ਲਈ ਪ੍ਰਬੰਧ ਕਰਦਾ, ਤੇ ਪਰ ਲੋਭ ਲਾਲਚੀ ਨਹੀਂ ਤਿਆਗਿਆ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਲੋਕਾਂ ਨੂੰ ਉਲਾਮੇ ਮਿਲਦੇ ਨੇ। 100 ਲਾਮੇ ਦਿਨ ਕੇ। ਜਿਹੜੇ ਪੁਰਖ ਮੇਰੇ ਵਰਗੇ ਵਿਹਲੇ ਰਹਿੰਦੇ ਨੇ, ਕੋਈ ਕੰਮ ਵੀ ਨਹੀਂ ਹੈ, ਫਿਰ ਵੀ ਦਿਨ ਵੇਲੇ ਭਜਨ ਸਿਮਰਨ ਨਹੀਂ ਕਰਦੇ, ਉਹਨਾਂ ਨੂੰ ਪਰਮੇਸ਼ਰ ਵੱਲੋਂ ਦਿਨ ਦੇ ਸੈਂਕੜੇ ਤਾਨੇ ਮਿਹਣੇ ਮਿਲਦੇ ਨੇ। ਰਾਤੀ ਮਿਲਨ ਸਹੰਸ। ਤੇ ਜਿਹੜੇ ਰਾਤ ਵੀ ਸੁੱਤੇ ਪਿਆਂ ਗੁਜ਼ਾਰ ਦਿੰਦੇ, ਉਹਨਾਂ ਨੂੰ ਹਜ਼ਾਰਾਂ ਉਲਾਮੇ ਮਿਲਦੇ ਨੇ। ਅਰਥਾਤ ਦਿਲ ਦੇ ਉਲਾਮੇ ਥੋੜ੍ਹੇ ਇਸ ਵਾਸਤੇ ਨੇ ਕਿਉਂਕਿ ਲੋਕਾਂ ਦਾ ਭੈ ਬਹੁਤ ਹੁੰਦਾ ਹੈ ਕਿ ਕਿਤੇ ਮੈਨੂੰ ਕੋਈ ਗੁਨਾਹ ਕਰਦਾ ਵੇਖ ਨਾ ਲਵੇ, ਅਤੇ ਰਾਤ ਨੂੰ ਹਜ਼ਾਰਾਂ ਬਹੁਤੇ ਉਲਾਮੇ ਇਸ ਲਈ ਨੇ ਕਿਉਂਕਿ ਹਨੇਰੇ ਕਰਕੇ ਜੀਵ ਲੋਕਾਂ ਦੇ ਭੈ ਤੋਂ ਰਹਿਤ ਹੋ ਕੇ ਚੋਰੀ ਯਾਰੀ ਕਤਲ ਆਦਿਕ ਰਾਤ ਦੇ ਹਨੇਰੇ ਵਿੱਚ ਗੁਨਾਹ ਕਰਦੇ ਨੇ। ਜਾਂ ਦਿਨ ਨੂੰ ਖਾਣ ਪੀਣ ਲਈ ਧਰਮ ਦੀ ਕਾਰ ਵੀ ਕਰਨੀ ਹੈ ਅਤੇ ਨਾਲ ਭਜਨ ਸਿਮਰਨ ਵੀ ਕਰਨਾ। ਰਾਤ ਤਾਂ ਕੇਵਲ ਨਾਮ ਸਿਮਰਨ ਵਾਸਤੇ ਹੀ ਹੈ ਕਿਉਂਕਿ ਉਸ ਵੇਲੇ ਕੰਮਾਂ ਕਾਰਾਂ ਵੱਲੋਂ ਲੋਕ ਵਿਹਲੇ ਹੁੰਦੇ ਨੇ। ਜਾਂ ਇਸੇ ਪ੍ਰਕਾਰ 100 ਲਾਮੇ ਦਿਨ ਕੇ। ਜਿਹੜੇ ਦਿਨ ਦੀ ਤਰ੍ਹਾਂ ਗਿਆਨਵਾਨ ਹੋ ਕੇ ਵੀ ਜਿਹਨੂੰ ਤਾਂ ਨਹੀਂ ਪਤਾ ਸੋ ਤਾਂ ਉਹਨੂੰ ਪਤਾ ਹੀ ਨਹੀਂ, ਅਤੇ ਜਿਹੜੇ ਸਾਡੇ ਵਰਗੇ ਸਭ ਕੁਝ ਪੜ੍ਹਦੇ ਸੁਣਦੇ ਜਾਣਦੇ ਬੁੱਝਦੇ ਹੋਏ ਗਿਆਨਵਾਨ ਹੋ ਕੇ ਵੀ ਭਜਨ ਸਿਮਰਨ ਨਹੀਂ ਕਰਦੇ। ਰਾਤੀ ਮਿਲਨ ਸਹੰਸ। ਉਹਨਾਂ ਨੂੰ ਬੇਮੁਖ ਹੋਣ ਕਰਕੇ ਸੈਂਕੜੇ ਉਲਾਮੇ ਪੈਂਦੇ ਹਨ। ਅਤੇ ਰਾਤ ਦੀ ਤਰ੍ਹਾਂ ਜਿਹੜੇ ਜਗਿਆਸੂ ਭਜਨ ਨਹੀਂ ਕਰਦੇ ਉਹਨਾਂ ਨੂੰ ਹਜ਼ਾਰਾਂ ਲਾਮੇ ਮਿਲਦੇ ਨੇ ਕਿਉਂਕਿ ਜਗਿਆਸੂ ਦੀ ਅਵਸਥਾ ਹੀ ਨਾਮ ਜਪਣ ਦੀ ਹੁੰਦੀ ਹੈ। ਸਿਫਤ ਸਲਾਹਣ ਛੱਡ ਕੇ। ਪਰਮੇਸ਼ਰ ਦੀ ਸਿਫਤ ਉਸਤਤ ਸਲਾਹੁਤਾ ਇਹ ਸਿਫਤ ਸਲਾਹ ਰੂਪੀ ਮੋਤੀ ਛੱਡ ਕੇ ਕਰੰਗੀ ਲੱਗਾ ਹੰਸ। ਇਹ ਜੀਵ ਵਿਕਾਰਾਂ ਰੂਪੀ ਮੁਰਦਿਆਂ ਦੇ ਪਿੰਜਰਾਂ ਨੂੰ ਖਾਣ ਵਿੱਚ ਲੱਗਾ ਹੋਇਆ। ਜਾਂ ਇਸੇ ਪ੍ਰਕਾਰ ਸਿਫਤ ਸਲਾਹਨ ਛੱਡ ਕੇ। ਇਕੱਲਿਆਂ ਬੈਠ ਕੇ ਭਗਤੀ ਕਰਨ ਰੂਪੀ ਸਿਫਤ ਅਤੇ ਸਤ ਸੰਗਤ ਵਿੱਚ ਬੈਠ ਕੇ ਕੀਰਤਨ ਭਗਤੀ ਕਰਨ ਸਲਾਹੁਣਾ ਇਹ ਛੱਡ ਕੇ ਜੀਵ ਰੂਪ ਹੰਸ ਪਰਾਏ ਘਰਾਂ ਨੂੰ ਤੱਕਣ ਰੂਪੀ ਕਰੰਗਾਂ ਨੂੰ ਚੂੰਡਦਾ ਪਿਆ ਹੈ। ਕਰੰਗੀ ਲੱਗਾ ਹੰਸ। ਮਤਲਬ ਅੱਜ ਕੱਲ੍ਹ ਦੇ ਮੁੱਲਾਂ ਕਾਜੀ ਪੰਡਤ ਅਤੇ ਸਾਧੂ ਸੰਤ ਚਿੱਟੇ ਕੱਪੜੇ ਪਾ ਕੇ ਬੁਰੇ ਕੁਕਰਮ ਕਰਦੇ ਹਨ। ਭੇਟਾਂ ਵੇਹਾਂ ਜੀਵਿਆ। ਧਰਮ ਦਾ ਮਖੌਟਾ ਪਾ ਕੇ ਧਰਮੀ ਅਖਵਾ ਕੇ ਇਹੋ ਜਿਹੇ ਜੀਵਨ ਜੀਵ ਨੂੰ ਫਿੜੇ ਮੂੰਹ ਹੈ ਇਹਦੇ ਨੂੰ ਤੇ ਨਾ ਹੀ ਇਸ ਤਰ੍ਹਾਂ ਕਰਦਾ। ਜਿਤ ਖਾਈ ਵਧਾਇਆ ਪੇਟਾ। ਜਿਸ ਜੀਵਨ ਦੇ ਵਿੱਚ ਕੇਵਲ ਖਾ ਖਾ ਕੇ ਪਦਾਰਥ ਤੇ ਪੇਟ ਢਿੱਡ ਹੀ ਵਧਾ ਲਿਆ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਬਖਸ਼ ਲੈਣ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ
ਬਾਬਾ ਜੀ ਉੱਚੇ ਲੰਮੇ 6 6.5 7 ਫੁੱਟ ਜਵਾਨ ਅਤੇ ਸਰੀਰ ਬਿਲਕੁਲ ਸਲਿਮ ਅਤੇ ਚੜ੍ਹਦੀ ਕਲਾ। ਮਹਾਰਾਜਾ ਰਣਜੀਤ ਸਿੰਘ ਦਾ ਸਰੀਰ ਵੀ ਨਾਰਮਲ ਜਿਹਾ ਸੀਗਾ। ਜ਼ਰੂਰੀ ਨਹੀਂ ਵੀ ਬੰਦਾ ਭਲਵਾਨ ਹੋਵੇ, ਮੋਟਾ ਹੋਵੇ ਅਤੇ ਉਹਦੇ 'ਚ ਹੀ ਜ਼ੋਰ ਹੁੰਦਾ। ਗੁਰੂ ਘਰ ਦੇ ਵਿੱਚ ਜ਼ੋਰ ਤਾਂ ਬਾਣੀ ਦਾ ਹੈ, ਭਗਤੀ ਦਾ ਹੈ। ਬਾਬੇ ਦੀਪ ਸਿੰਘ ਦੇ ਕੈਲੰਡਰ 'ਤੇ ਲਿਖਿਆ ਹੁੰਦਾ ਭਗਤੀ ਮੈਂ ਸ਼ਕਤੀ। ਤੋ ਇਸ ਵਾਸਤੇ ਮਹਾਰਾਜ ਦਾ ਭਜਨ ਨਹੀਂ ਕੀਤਾ, ਕੋਈ ਸੇਵਾ ਸਿਮਰਨ ਨਹੀਂ ਕੀਤਾ ਹੈ। ਜਿਵੇਂ ਸਾਹਿਬਾਂ ਨੇ ਆਖਿਆ ਨਾਨਕੀ ਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਵੀ ਸਰੀਰ ਨੂੰ ਸਾੜ ਹੀ ਦਿਓ, ਉਹਦੇ ਪੈ ਵਿੱਚ ਸੋ ਪੈ ਵਿੱਚ ਖੁੰਬ ਚੜ੍ਹਾਈ ਹੈ। ਇਉਂ ਮਹਾਰਾਜ ਨੇ ਆਖਿਆ ਵੀ ਜਿਹੜਾ ਭੈ ਹੈ ਮਹਾਰਾਜ ਦਾ ਇਹ ਬਹੁਤ ਬੜੀ ਬਾਤ ਹੈ। ਨਾਨਕ ਸੱਚੇ ਨਾਮ ਬਿਨਾ, ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜਾ ਖਾਈ ਜਾਣਾ ਖਾਈ ਜਾਣਾ। ਗੁਰੂ ਘਰ ਦੀ ਮਰਜ਼ਾਦਾ ਹੈ ਕਿ ਜਾਂ ਤਾਂ ਬੰਦਾ ਸੇਵਾ ਕਰਕੇ ਖਾਏ, ਮੰਗੂ ਵਿਹਲੀਆਂ ਨਾ ਖਾਵੇ, ਅਤੇ ਜਾਂ ਫਿਰ ਖਾਣ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰੇ। ਗੁਰੂ ਕਾ ਲੰਗਰ ਇੱਕ ਤਾਂ ਲੋੜਵੰਦ ਲਈ ਹੈ, ਦੂਜਾ ਪਰਦੇਸੀ ਵਾਸਤੇ ਹੈ। ਇੱਕ ਨਹੀਂ 2 ਦਿਨ ਜਾਂ ਵੱਧ ਤੋਂ ਵੱਧ 3-4 ਦਿਨ। ਅਤੇ ਦੂਜਾ ਜਿਹੜੀ ਸੰਗਤ ਗੁਰਬਾਣੀ ਪੜ੍ਹਦੀ ਹੈ ਉਹਦੇ ਵਾਸਤੇ ਹੈ। ਤੀਜਾ ਜਿਹੜੀ ਸੰਗਤ ਸੇਵਾ ਕਰਦੀ ਹੈ ਉਹਨਾਂ ਵਾਸਤੇ ਹੈ। ਤੋ ਜਿਹੜਾ ਵਿਹਲਾ ਹੈ, ਵਿਹਲੇ ਨੂੰ ਲਾਮਾ ਹੈ। ਇਹ ਮਹਾਰਾਜ ਨੇ ਸਿੱਧੇ ਅੱਖਰਾਂ 'ਚ ਪੰਜਾਬੀ ਬੋਲੀ ਹੈ, ਕਥਾ ਦੀ ਵੀ ਨਹੀਂ ਲੋੜ, ਬਿਲਕੁਲ ਸਾਫ਼ ਲਿਖਿਆ ਹੋਇਆ ਹੈ। ਜੇ ਕੋਈ ਕਹੇ ਵੀ ਤਵਾ ਹੈ ਜਾਂ ਕਮੈਂਟ ਹੈ, ਕਿਸੇ ਨਾ ਕਿਸੇ ਦੀ ਤਾਂ ਬਾਣੀ ਢੋਕੀ ਜਾਣੀ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ, ਖਾ ਕੇ ਵੀ ਨਹੀਂ ਪਾਠ ਕਰਦੇ, ਅਤੇ ਦੱਸੋ ਕੀ ਫਾਇਦਾ ਹੈ। ਸਭੋ ਦੁਸ਼ਮਨ ਹੇਤਾ, ਇਹ ਨਹੀਂ ਵੀ ਘਰ ਦੇ ਵਿੱਚ ਸਾਡਾ ਹੈ, ਘਰ 'ਚ ਵੀ ਰੱਬ ਦਾ ਦਿੱਤਾ ਹੋਇਆ ਹੈ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣਾ। ਪੁਰਾਣੇ ਬਜ਼ੁਰਗ ਖਾ ਪੀ ਕੇ ਇਹ ਨਹੀਂ ਵੀ ਡਕਾਰ ਮਾਰਿਆ ਅਤੇ ਢਿੱਡ 'ਤੇ ਹੱਥ ਫੇਰਿਆ ਅਤੇ ਚਲੋ ਮੇਰੇ ਭਾਈ, ਨਹੀਂ। ਪਹਿਲਾਂ ਵੀ ਸਲੋਕ ਪੜ੍ਹਨਾ, ਬਾਅਦ ਵਿੱਚ ਵੀ ਅਰਦਾਸ ਕਰਨੀ ਵੀ ਇਹ ਸੱਚੇ ਪਾਤਸ਼ਾਹ ਤੂੰ ਦਿੱਤਾ ਸੀ ਛਕਿਆ, ਅਤੇ ਕਿਰਪਾ ਕਰੀ ਸਾਨੂੰ ਆਪਦੇ ਨਾਮ ਦੀ ਦਾਤ ਬਖਸ਼ੀ। ਇਉਂ ਰੱਬ ਦਾ ਸ਼ੁਕਰ ਮਨਾਈਏ, ਜਿੱਥੇ ਵੀ ਵਾਹਿਗੁਰੂ ਦਿੰਦਾ ਮੱਥਾ ਟੇਕ ਕੇ ਖਾਈਏ। ਸਾਡੇ ਇੱਕ 5 ਪੈਰਾਂ ਦਾ ਸਿੰਘ ਹੁੰਦਾ ਸੀ, ਚੌਪਾ ਸਿੰਘ। ਸਿੰਘ ਆਪਸ 'ਚ ਸਲਾਹ ਕਰਦੇ ਜਦ ਅੰਮ੍ਰਿਤ ਸੰਚਾਰ ਹੁੰਦਾ, ਇੱਕ ਦੂਜੇ ਨੂੰ ਪੁੱਛਦੇ ਵੀ ਕਿਹੜੀ ਬਾਣੀ ਪੜ੍ਹੇਗਾ। ਉਹਨੂੰ ਪੁੱਛਿਆ ਪਹਿਲੀ ਵਾਰ ਸਿੰਘ ਲੱਗੇ ਛੋਟੀ ਬਾਣੀ ਦੀ ਸੇਵਾ ਦਿੱਤੀ ਜਾਂਦੀ ਹੈ। ਉਹਨੇ ਚੌਪਈ ਕਹਿਣ ਦੀ ਬਜਾਏ ਕਹਿੰਦਾ ਮੈਂ ਚੌਪਾ ਪੜ੍ਹੂੰਗਾ, ਉਹਦਾ ਨਾਂ ਹੀ ਚੌਪਾ ਸਿੰਘ ਪਾਤਾ। ਲੰਗਰ 'ਚ ਪ੍ਰਸ਼ਾਦਾ ਲੈਂਦਿਆਂ ਗਲਤੀ ਦੇ ਨਾਲ ਹੇਠਾਂ ਡਿੱਗ ਪਿਆ। ਮਿੱਟੀ ਵਾਲੀ ਜਗ੍ਹਾ ਜਿੱਥੇ ਜੂਠ ਖਿਲਰੀ ਹੋਈ ਹੈ। 5 ਪਿਆਰਿਆਂ ਵਾਲਾ ਸਿੰਘ ਅਤੇ ਮੇਰੇ ਸਾਹਮਣੇ ਉਹਨੇ ਪ੍ਰਸ਼ਾਦਾ ਚੁੱਕਿਆ ਅਤੇ ਮੱਥੇ ਨੂੰ ਲਾ ਕੇ ਖਾਣ ਲੱਗਾ। ਮੈਂ ਕਿਹਾ ਵੀ ਤੂੰ 5 ਪਿਆਰਿਆਂ 'ਚ ਲੱਗਦਾ ਅਤੇ ਭੁੰਜੇ ਡਿੱਗਿਆ ਪ੍ਰਸ਼ਾਦਾ, ਤੂੰ ਜੂਠਾ ਖਾ ਰਿਹਾ। ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਸਾਨੂੰ ਪਤਾ ਵੀ ਰੋਟੀ ਦੀ ਕੀਮਤ ਕੀ ਹੈ, ਕਿਉਂਕਿ ਮੈਂ ਡਰਾਈਵਰਾਂ ਦੇ ਨਾਲ ਕਨੈਕਟਰੀ ਕਰਦਾ ਰਿਹਾ ਅਤੇ ਕਿੰਨੇ ਦਿਨ ਅਤੇ ਸਮਾਂ ਹੀ ਨਹੀਂ ਮਿਲਣਾ, ਹੋਟਲ ਹੀ ਨਹੀਂ ਆਉਣਾ, ਭੁੱਖ ਦੇ ਨਾਲ ਜਾਨ ਨਿਕਲਣੀ। ਤੋ ਇਸ ਵਾਸਤੇ ਉਦੋਂ ਸੋਚਣਾ ਵੀ ਮਹਾਰਾਜ ਤੁਹਾਨੂੰ ਕਿਰਪਾ ਕਰਕੇ ਰੋਟੀ ਦੇ। ਇਸ ਵਾਸਤੇ ਪਰਮਾਤਮਾ ਨੇ ਜਿਹਨੂੰ ਅੰਨ ਦਿੱਤਾ, ਅੰਨ ਕਹਿੰਦੇ ਭਗਵਾਨ ਹੈ, ਜਿਹਨੂੰ ਖਾ ਕੇ ਚਿਹਰਾ ਖਿੜਦਾ ਹੈ। ਤਨ ਅਨਾਜ ਭੁੱਖੇ ਕਬਲ ਟਹਿ ਕੇ, ਇਸ ਵਾਸਤੇ ਲੰਗਰ 'ਚ ਲਿਖ ਕੇ ਲਾਇਆ ਹੁੰਦਾ ਵੀ ਪ੍ਰਸ਼ਾਦਾ ਝੂਠਾ ਨਾ ਛੱਡੋ। ਮੈਂ 2 ਦਿਨ ਅੰਮ੍ਰਿਤ ਸਾਹਿਬ ਗਿਆ ਅਤੇ ਕੱਲ੍ਹ ਤਾਂ ਲੰਗਰ 'ਚ ਗਏ ਨਹੀਂ, ਪਰਸੋਂ ਮੈਂ ਲਿਖਿਆ ਪੜ੍ਹਿਆ, ਮੈਂ ਕਿਤੇ ਇਹ ਨਹੀਂ ਲਿਖਿਆ ਪੜ੍ਹਿਆ ਲੰਗਰ 'ਚ ਵੀ ਪਾਣੀ ਵੀ ਝੂਠਾ ਨਾ ਛੱਡੋ। ਉਹ 'ਤੇ ਲਿਖਿਆ ਪੜ੍ਹਿਆ ਕਿ ਪਾਣੀ ਵੀ ਝੂਠਾ ਨਾ ਛੱਡੋ, ਕਿਉਂਕਿ ਜਿਸ ਦਿਨ ਪਾਣੀ ਨਾ ਆਵੇ ਅਤੇ ਦੱਸੋ ਉਦੋਂ ਪਤਾ ਚੱਲਦਾ ਕਿ ਪਾਣੀ ਦੀ ਕੀਮਤ ਕੀ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਦੇ ਨਾਮ ਤੋਂ ਬਗੈਰ, ਭਾਵੇਂ ਆਪਦੇ ਘਰ ਹੈ ਜਾਂ ਕਿਤੇ ਵੀ, ਉਹਦੇ ਸ਼ੁਕਰ ਤੋਂ ਬਗੈਰ ਖਾਣਾ, ਇਹ ਸਾਧ ਸੰਗਤ ਜੀਓ ਵੈਰਤਾਈ ਦਾ ਕਾਰਨ ਹੈ, ਜਾਂ ਸਭ ਸੰਬੰਧੀਆਂ ਆਦਿਕ ਦਾ
ਮੋਹ ਦੁਸ਼ਮਣੀ ਦਾ ਕਾਰਨ ਹੈ। ਪੌੜੀ ਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਨੇ, ਢਾਡੀ ਗੁਣ ਗਾਵੈ ਨਿਤਾ, ਜੋ ਢਾਡੀ ਜਸ ਗਾਉਣ ਵਾਲਾ ਹੋ ਕੇ ਨਿਤ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਜਨਮ ਸਵਾਰਿਆ, ਉਹਨੇ ਆਪ ਦੇ ਮਨੁੱਖਾ ਜਨਮ ਨੂੰ ਸਵਾਰ ਲਿਆ, ਚੰਗਾ ਕਰ ਲਿਆ ਹੈ। ਗੁਰਮੁਖ ਸੇਵ ਸਲਾਹੀ, ਮੁਖੀ ਗੁਰਾਂ ਦੁਆਰਾ, ਗੁਰਮੁਖਾਂ ਦੀ ਸੰਗਤ ਦੁਆਰਾ ਸਰੀਰ ਕਰਕੇ ਹਰੀ ਨੂੰ ਸੇਵਦੇ ਤੇ ਬਾਣੀ ਕਰਕੇ ਸਲਾਹੁੰਦੇ ਨੇ। ਸੱਚਾ ਉਰ ਤਾਰਿਆ, ਜਿਹੜੇ ਇੰਜ ਕਰਦੇ ਉਹਨਾਂ ਨੇ ਸੱਚਾ ਹਰੀ ਆਪ ਦੇ ਹਿਰਦੇ ਵਿੱਚ ਧਾਰਨ ਕਰਕੇ ਵਸਾਇਆ, ਮਨੁੱਖਾ ਜਨਮ ਸਫਲ ਹੋਇਆ ਹੈ। ਘਰ ਦਰ ਪਾਵੈ ਮਹਲ, ਜੋ ਆਪ ਦੇ ਗ੍ਰਸਥ ਪਰਿਵਾਰ ਘਰ ਦੇ ਵਿੱਚ ਰਹਿ ਕੇ ਸੰਗਤ ਰੂਪੀ ਦਰ 'ਚ ਰਹਿੰਦੇ ਸਰੂਪ ਨੂੰ ਪਾ ਲੈਂਦੇ ਨੇ, ਉਹ ਸਭ ਤੋਂ ਵੱਡੇ ਸੂਰਮੇ ਨੇ ਇਸ ਕਲਯੁਗ ਦੇ ਵਿੱਚ। ਨਾਮ ਪਿਆਰਿਆ, ਜਿਨ੍ਹਾਂ ਨੂੰ ਗੁਰੂ ਜੀ ਪਰਮੇਸ਼ਰ ਦਾ ਨਾਮ ਪਿਆਲਦੇ ਦ੍ਰਿੜ ਕਰਾਉਂਦੇ ਹਨ, ਜਾਂ ਉਹ ਸੰਗਤ ਰੂਪ ਘਰ ਦੇ ਵਿੱਚੋਂ ਗਿਆਨ ਦਾ ਦਰ ਪਾ ਕੇ ਤੇ ਗਿਆਨ ਦਰ 'ਚੋਂ ਤੁਰਿਆ ਪਦ ਮਹਲ ਪਾ ਕੇ ਮਹਾਰਾਜ ਦੇ ਨਾਮ ਨੂੰ ਪਿਆਰਾ ਜਾਣ ਕੇ ਹਿਰਦੇ 'ਚ ਵਸਾਉਂਦੇ ਨੇ। ਗੁਰਮੁਖ ਪਾਇਆ ਨਾਮ, ਆਪਾਂ ਦਾ ਖਾ ਪੀ ਕੇ ਮੌਜ ਮਸਤੀ ਮੇਲਾ ਮਾਣ ਕੇ ਹੀ ਤੁਰ ਜਾਂਦੇ ਆ। ਜਿਹੜੇ ਗੁਰਮੁਖ ਨੇ ਉਹਨਾਂ ਮੁਖੀ ਗੁਰਾਂ ਦੁਆਰਾ ਨਾਮ ਪਾਇਆ ਹੈ। ਆਓ ਗੁਰ ਕਉ ਵਾਰਿਆ, ਮੈਂ ਐਸੇ ਪੂਰਨ ਗੁਰੂ ਦੇ ਤਾਈ ਵਾਰਨੇ ਕੁਰਬਾਨ ਬਲਿਹਾਰ ਜਾਂਦਾ ਹਾਂ। ਤੂੰ ਆਪ ਸਵਾਰੈ ਆਪ, ਤੂੰ ਆਪ ਹੀ ਸਭਨਾਂ ਨੂੰ ਸੰਵਾਰਦਾ ਰਚਦਾ ਚੰਗਾ ਕਰਦਾ ਹੈ। ਸਿਰਜਣਹਾਰਿਆ, ਇਹ ਰਚਨਹਾਰ ਪਰਮਾਤਮਾ, ਤੂੰ ਆਪ ਹੀ ਜਗਿਆਸੂਆਂ ਦੇ ਮਨਾਂ ਨੂੰ ਵਿਸ਼ਿਆਂ ਦੀ ਮੈਲ ਨੂੰ ਵੈਰਾਗ ਰੂਪੀ ਜਲ ਨਾਲ ਧੋ ਕੇ ਸੰਵਾਰਦਾ ਚੰਗਾ ਕਰਦਾ ਤੇ ਆਪ ਹੀ ਉਹਨਾਂ ਦੇ ਅੰਦਰ ਵਿਵੇਕ ਰਚਨ ਵਾਲਾ ਹੈ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਭੁੱਲ ਚੁੱਕ ਕਿਰਪਾ ਕਰਕੇ ਮਾਫ ਕਰਨੀ ਜੀ। ਇਹ ਬਾਣੀ ਗੁਰੂ ਸਾਹਿਬ ਦੀ ਹੈ, ਕਥਾ ਵੀ ਮਹਾਰਾਜ ਦੀ ਹੈ। ਮੈਂ ਵੀ ਆਪ ਜੀ ਦੇ ਵਿੱਚ ਬੈਠ ਕੇ ਸੁਣੀ ਹੈ। ਮੇਰੀ ਵੀ ਅਰਦਾਸ ਕਰਨੀ ਕਿ ਸਾਹਿਬ ਸਾਨੂੰ ਇਹਦੀ ਕਮਾਈ ਕਰਨ ਦੀ ਜਾਚ ਬਲ ਬਖਸ਼ਿਸ਼ ਕਰਨ ਜੀ। ਗੁਰਮੁਖ ਪਾਇਆ ਨਾਮ, ਹਉ ਗੁਰ ਕਉ ਵਾਰਿਆ, ਤੂੰ ਆਪ ਸਵਾਰੈ ਆਪ, ਸਿਰਜਣਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।